Hi guys, this is Harpreet Singh. Welcome back to the channel Mr. Singh Education. Welcome to the Indian polity classes for all the competitive exams. Students, here you get political notes which are very helpful for your competitive exams. So guys, last class which ਆਪਾਂ ਕੀਤਾ ਸੀ ਕਰ ਰਹੇ ਸੀ salient features of Indian Constitution. I hope guys ਤੁਹਾਨੂੰ last class ਵਧੀਆ ਲੱਗੀ ਹੋਏਗੀ, ਤੁਸੀਂ last class ਨੂੰ enjoy ਵੀ ਕੀਤਾ ਹੋਏਗਾ, ਨਾਲੇ ਤੁਹਾਨੂੰ ਕੀ ਹੈ lot of information ਵੀ ਮਿਲੀ ਹੋਏਗੀ। ਸੋ ਗਾਈਜ਼ ਅੱਜ ਆਪਾਂ ਕਰਨਾ ਹੈ ਨੈਕਸਟ ਜਿਹੜੇ ਫੀਚਰਸ ਆਪਣੇ ਰਹਿ ਗਏ ਨੇ, ਆਪਣੇ ਜਿਹੜੇ ਹੋਰ ਫੀਚਰਸ ਹੈਗੇ ਨੇ ਆਪਣੇ ਸੰਵਿਧਾਨ ਦੇ ਪ੍ਰਮੁੱਖ ਤੱਤ ਹੈਗੇ ਨੇ ਜਿਹੜੇ ਆਪਣੇ ਸੰਵਿਧਾਨ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦੇ ਨੇ। ਅੱਜ ਆਪਾਂ ਗੱਲ ਕਰਾਂਗੇ ਉਹਨਾਂ ਬਾਰੇ। ਸੋ ਆਈ ਹੋਪ ਗਾਈਜ਼ ਤੁਹਾਨੂੰ ਲਾਸਟ ਲੈਕਚਰ ਵਧੀਆ ਲੱਗਿਆ ਹੋਏਗਾ। ਜੇ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ ਨੇ, ਕਿਸੇ ਤਰ੍ਹਾਂ ਦਾ ਕੋਈ ਡਾਊਟ ਹੁੰਦਾ ਤਾਂ ਤੁਸੀਂ ਕੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਆਈ ਹੋਪ ਗਾਈਜ਼ ਤੁਸੀਂ ਜਿਹੜਾ ਹੈਗਾ ਤੁਹਾਨੂੰ ਜਿਹੜੇ ਹੈਗੇ ਇਸ ਲੈਕਚਰਸ ਦੇ ਵਿੱਚੋਂ ਤੁਹਾਨੂੰ ਇਨਫੋਰਮੇਸ਼ਨ ਮਿਲ ਰਹੀ ਹੋਏਗੀ। ਸੋ ਗਾਈਜ਼ ਤੁਸੀਂ ਸਪੋਰਟ ਕਰਨਾ, ਤੁਸੀਂ ਕੀ ਕਰਿਆ ਕਰੋ, ਤੁਸੀਂ ਜਿਹੜਾ ਹੈਗਾ ਜੇਕਰ ਤੁਹਾਨੂੰ ਲੈਕਚਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਡਿਫੀਕਲਟੀ ਨਹੀਂ ਵੀ ਆਉਂਦੀ ਤਾਂ ਤੁਸੀਂ ਕੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਵੀ ਲੈਕਚਰ ਵਧੀਆ ਸੀ ਜਾਂ ਕਿਸ ਤਰ੍ਹਾਂ ਦਾ ਹੈਗਾ, ਕਿਸ ਤਰ੍ਹਾਂ ਦੇ ਕਿੰਨੇ ਰਿਮਾਰਕਸ ਦੇਣਾ ਚਾਹੋਗੇ। ਆਈ ਹੋਪ ਗਾਈਜ਼ ਤੁਸੀਂ ਇੰਨਾ ਕੰਮ ਜ਼ਰੂਰ ਕਰੋਗੇ। ਸੋ ਇੱਕ ਗੱਲ ਹੋਰ, ਤੁਸੀਂ ਜਿਹੜਾ ਹੈਗਾ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਤੇ ਨਾਲ ਦੀ ਨਾਲ ਕੀ ਹੈ ਤੁਸੀਂ ਇਹਨੂੰ ਸ਼ੇਅਰ ਵੀ ਕਰੋ ਹੋਰ ਸਟੂਡੈਂਟਸ ਨਾਲ ਜਿਹੜੇ ਕੀ ਹੈ ਕੰਪੀਟੀਟਿਵ ਐਗਜ਼ਾਮ ਲਈ ਪ੍ਰੈਪਰੇਸ਼ਨ ਕਰ ਰਹੇ, ਤਾਂ ਕਿ ਉਹਨਾਂ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੁਐਸਚਨ ਜਿਹੜਾ ਹੈਗਾ ਰਹਿ ਨਾ ਗਿਆ ਹੋਵੇ। ਗਾਈਜ਼ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੇ ਜਿਹੜੇ ਹੈਗਾ ਪੋਲੀਟੀਕਲ ਨੋਟਸ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਨਿੱਕੀ ਤੋਂ ਨਿੱਕੀ ਗੱਲ ਵੀ ਦੱਸੀ ਜਾਂਦੀ ਹੈ, ਤੁਹਾਨੂੰ ਐਲੈਬੋਰੇਟ ਕਰਕੇ ਵੀ ਦੱਸਿਆ ਜਾਂਦਾ, ਤੁਹਾਨੂੰ ਜਿਹੜਾ ਹੈਗਾ ਤੁਹਾਡੇ ਕੰਪੀਟੀਟਿਵ ਐਗਜ਼ਾਮ ਲਈ ਤਿਆਰ ਵੀ ਕੀਤਾ ਜਾਂਦਾ ਹੈ। ਇਸ ਲੈਕਚਰ ਤੋਂ ਬਾਅਦ ਆਪਾਂ ਕੀ ਜਿਹੜਾ ਹੈਗਾ ਮੈਂ ਕੋਸ਼ਿਸ਼ ਕਰ ਰਿਹਾ ਇੱਕ ਦੋ ਲੈਕਚਰਸ ਜਿਹੜੇ ਹੈਗੇ ਆਪਾਂ ਕੀ ਜਿੰਨੇ ਵੀ ਕਲਾਸਿਸ ਲਾਸਟ ਕਲਾਸਿਸ ਕਰ ਰਹੀਆਂ ਨੇ ਉਹਨਾਂ ਵਾਸਤੇ ਆਪਾਂ ਕੀ ਜਿਹੜੇ ਹੈਗੇ ਨੇ MCQs ਲੈ ਕੇ ਆਵਾਂ, ਉਹਨਾਂ ਵਾਸਤੇ ਜਿਹੜੇ ਹੈਗੇ ਨੇ ਕੁਐਸਚਨਸ ਲੈ ਕੇ ਆਵਾਂ। ਸੋ ਆਈ ਹੋਪ ਗਾਈਜ਼ ਤੁਸੀਂ ਰੈਡੀ ਹੋ ਗਏ ਅੱਜ ਦੀ ਕਲਾਸ ਲਈ। ਸੋ ਅੱਜ ਆਪਾਂ ਕਰਦੇ ਹਾਂ ਆਪਣੀ ਕਲਾਸ ਨੂੰ ਸਟਾਰਟ। ਤਾਂ ਸਭ ਤੋਂ ਪਹਿਲਾਂ ਅੱਜ ਆਪਾਂ ਕਰਨਾ ਜਿਹੜਾ ਹੈਗਾ ਆਪਣਾ ਜਿਹੜਾ 11th ਸੇਲੀਅਨ ਫੀਚਰ ਹੈਗਾ ਇੰਡੀਅਨ ਕਨਸਟੀਟਿਊਸ਼ਨ ਦਾ, ਉਹਨੇ ਬਾਰੇ ਆਪਾਂ ਗੱਲ ਕਰਾਂਗੇ। ਸੈਕੂਲਰ ਸਟੇਟ। ਸੈਕੂਲਰ ਸਟੇਟ ਬਾਰੇ ਆਪਾਂ ਗੱਲ ਕੀਤੀ ਸੀ। ਸੈਕੂਲਰ ਦਾ ਮਤਲਬ ਕੀ ਹੈਗਾ? ਸੈਕੂਲਰ ਵਰਡ ਦਾ ਮਤਲਬ ਕੀ ਹੈ? ਧਰਮ ਨਿਰਪੱਖ। ਪੰਜਾਬੀ ਵਿੱਚ ਆਪਾਂ ਉਹਨੂੰ ਕੀ ਕਹਿ ਦੇਗਾ? ਧਰਮ ਨਿਰਪੱਖ। ਤਾਂ ਆਪਾਂ ਕੀ ਗੱਲ ਕੀਤੀ ਸੀ, ਆਪਾਂ ਜਦੋਂ ਪ੍ਰੀਐਂਬਲ ਕੀਤਾ, ਪ੍ਰਸਤਾਵਨਾ ਕੀਤੀ, ਤਾਂ ਆਪਾਂ ਉਹਦੇ ਵਿੱਚ ਗੱਲ ਕੀਤੀ ਹੈ ਵੀ ਆਪਣੇ ਸੰਵਿਧਾਨ ਦਾ ਨੇਚਰ ਕਿਸ ਤਰ੍ਹਾਂ ਦਾ ਹੈ? ਸੈਕੂਲਰ ਨੇਚਰ ਹੈਗਾ। ਠੀਕ ਹੈ, ਸੈਕੂਲਰ ਨੇਚਰ ਮਤਲਬ ਕਿ ਇਹ ਜਿਹੜਾ ਆਪਣਾ ਸੰਵਿਧਾਨ ਹੈਗਾ ਨਾ ਧਰਮ ਨਿਰਪੱਖ ਹੈਗਾ। ਕੀ ਮਤਲਬ ਕਿ ਇਹਦੇ ਵਿੱਚ ਕੀ ਜਿਹੜਾ ਆਪਣਾ ਸੰਵਿਧਾਨ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਧਰਮ ਜਾਤੀ ਨਾਂ ਦੇ ਕੋਈ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾਂਦਾ। ਜੇ ਆਪਾਂ ਧਰਮ ਦੀ ਗੱਲ ਕਰੀਏ ਤਾਂ ਕਿਸੇ ਵੀ ਧਰਮ ਨੂੰ ਜਿਹੜਾ ਹੈਗਾ ਕੋਈ ਸਪੈਸ਼ਲ ਪ੍ਰਿਵਿਲੇਜਸ ਨਹੀਂ ਦਿੱਤੀਆਂ ਗਈਆਂ। ਨਾਲ ਹੀ ਆਪਣੇ ਦੇਸ਼ ਦਾ ਕੋਈ ਵੀ ਜਿਹੜਾ ਹੈਗਾ ਇੱਕ ਧਰਮ ਨਹੀਂ ਹੈਗਾ, ਮਤਲਬ ਕਿ ਆਪਾਂ ਕਿਸੇ ਵੀ ਧਰਮ ਨੂੰ ਆਪਣੇ ਦੇਸ਼ ਦੇ ਵਿੱਚ ਜਿੰਨੇ ਵੀ ਧਰਮ ਨੇ ਆਪਾਂ ਉਹਨਾਂ ਵਿੱਚੋਂ ਕਿਸੇ ਵੀ ਧਰਮ ਨੂੰ ਜਿਹੜਾ ਹੈਗਾ ਰਾਸ਼ਟਰੀ ਧਰਮ ਨਹੀਂ ਘੋਸ਼ਿਤ ਕੀਤਾ। ਇਹ ਕੀ ਹੈ ਆਪਣੇ ਸੰਵਿਧਾਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੈਗੀ ਜਿਹਨੂੰ ਆਪਾਂ ਧਰਮ ਨਿਰਪੱਖ ਕਹਿੰਦੇ। ਕਿ ਮਤਲਬ ਕੀ ਹੈ ਵੀ ਆਪਾਂ ਕਿਸੇ ਵੀ ਧਰਮ ਨੂੰ ਜਿਹੜਾ ਹੈਗਾ ਆਪਦਾ ਰਾਸ਼ਟਰੀ ਧਰਮ ਨਹੀਂ ਕਹਿੰਦੇ। ਸਾਰੇ ਦੇ ਸਾਰੇ ਧਰਮ ਕੀ ਹੈ ਬਰਾਬਰ ਹੈਗੇ, ਕਿਸੇ ਨੂੰ ਕੋਈ ਜਿਹੜਾ ਹੈਗਾ ਸਪੈਸ਼ਲ ਪ੍ਰਿਵਿਲੇਜਸ ਨਹੀਂ ਦਿੱਤੇ ਜਾਣਗੇ। ਤਾਂ ਗੱਲ ਕਰਦੇ ਹਾਂ ਦ ਕਨਸਟੀਟਿਊਸ਼ਨ ਆਫ ਇੰਡੀਆ ਸਟੈਂਡਸ ਫॉर ਅ ਸੈਕੂਲਰ ਸਟੇਟ। ਆਪਾਂ ਪਹਿਲਾਂ ਗੱਲ ਕੀਤੀ ਹੋਈ ਹੈ, ਪ੍ਰੀਐਂਬਲ ਦੇ ਵਿੱਚ ਗੱਲ ਕੀਤੀ ਹੈ। ਆਪਣਾ ਸੰਵਿਧਾਨ ਕਹਿੰਦਾ ਵੀ ਆਪਾਂ ਕੀ ਹੈ ਕਿੱਥੇ ਸਟੈਂਡ ਕਰਨਾ ਹੈ? ਸੈਕੂਲਰ ਸਟੇਟ ਮਤਲਬ ਧਰਮ ਨਿਰਪੱਖ ਦੇਸ਼ ਹੈਗਾ ਆਪਣਾ। ਹੈਂਸ ਇਟ ਡਜ਼ ਨੋਟ ਅਪਹੋਲਡ ਐਨੀ ਪਾਰਟੀਕੂਲਰ ਰਿਲੀਜਨ ਐਜ਼ ਦਾ ਓਫੀਸ਼ੀਅਲ ਰਿਲੀਜਨ ਆਫ ਦਾ ਸਟੇਟ। ਤਾਂ ਉਹੀ ਗੱਲ ਕੀਤੀ ਆਪਾਂ ਕੀ ਹੈ ਇਸੇ ਕਰਕੇ ਕੀ ਹੈ ਆਪਣਾ ਦੇਸ਼ ਧਰਮ ਨਿਰਪੱਖ ਹੈਗਾ। ਇਸ ਕਰਕੇ ਕੀ ਹੈ ਆਪਾਂ ਕਿਸੇ ਵੀ ਧਰਮ ਨੂੰ ਕੀ ਹੈ ਆਪਦੇ ਦੇਸ਼ ਦਾ ਰਾਸ਼ਟਰੀ ਧਰਮ ਨਹੀਂ ਘੋਸ਼ਿਤ ਕਰਦੇ। ਅੱਗੇ ਕੀ ਕਰਦੇ ਦ ਫੋਲੋਇੰਗ ਪ੍ਰੋਵੀਜ਼ਨਸ ਆਫ ਦਾ ਕਨਸਟੀਟਿਊਸ਼ਨ ਰਿਵੀਲ ਦ ਸੈਕੂਲਰ ਨੇਚਰ ਆਫ ਦਾ ਇੰਡੀਅਨ ਸਟੇਟ। ਹੁਣ ਜਿਹੜੇ ਆਪਾਂ ਥੱਲੇ ਜਿਹੜੀ ਹੈਗੀਆਂ ਪ੍ਰੋਵੀਜ਼ਨਸ ਪੜ੍ਹਾਂਗੇ ਉਹ ਜਿਹੜੀ ਹੈਗੀਆਂ ਰਿਵੀਲ ਕਰਦੀਆਂ ਨੇ, ਮਤਲਬ ਕਿ ਆਪਾਂ ਨੂੰ ਦੱਸਦੀਆਂ ਨੇ ਇੱਕ ਤਰ੍ਹਾਂ ਨਾਲ ਰਿਵੀਲ ਕਰਦੀਆਂ ਦੱਸਦੀਆਂ ਨੇ ਕਿ ਆਪਣੇ ਜਿਹੜਾ ਹੈਗਾ ਇੰਡੀਅਨ ਸਟੇਟ ਜਿਹੜੀ ਕਿ ਸੈਕੂਲਰ ਹੈ ਅਤੇ ਕਿਵੇਂ ਹੈ। ਤਾਂ ਉਹਦੇ ਬਾਰੇ ਗੱਲ ਕਰਦੇ ਹਾਂ। ਦ ਟਰਮ ਸੈਕੂਲਰ ਵਾਸ ਐਡਡ ਟੂ ਦ ਪ੍ਰੀਐਂਬਲ ਆਫ ਦ ਇੰਡੀਅਨ ਕਨਸਟੀਟਿਊਸ਼ਨ ਬਾਈ ਦ 42nd ਅਮੈਂਡਮੈਂਟ ਐਕਟ ਆਫ 1976। ਤਾਂ ਕੀ ਹੈ ਵੀ ਆਪਾਂ ਪਹਿਲਾਂ ਤਾਂ ਗੱਲ ਇਹ ਸੈਕੂਲਰ ਵਰਡ ਜਿਹੜਾ ਹੈਗਾ ਆਪਣੇ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਹੈਗਾ ਸੀ। ਓਰੀਜਨਲ ਕਨਸਟੀਟਿਊਸ਼ਨ ਦਾ ਮਤਲਬ ਹੈਗਾ ਵੀ ਆਪਣੇ ਸ਼ੁਰੂਆਤੀ ਸੰਵਿਧਾਨ ਦੇ ਵਿੱਚ ਇਹ ਨਹੀਂ ਹੈਗਾ ਸੀ। ਇਸ ਸੈਕੂਲਰ ਵਰਡ ਨੂੰ ਧਰਮ ਨਿਰਪੱਖ ਵਰਡ ਨੂੰ ਕੀ ਹੈ 42ਵੀਂ ਸੋਧ ਜਿਹੜੀ 1976 ਦੇ ਵਿੱਚ ਹੋਈ, ਉਹਦੇ ਵਿੱਚ ਇਹਨੂੰ ਕੀ ਹੈ ਐਡ ਔਨ ਕੀਤਾ ਗਿਆ ਆਪਣੇ ਸੰਵਿਧਾਨ ਦੇ ਵਿੱਚ ਅਤੇ ਪ੍ਰੀਐਂਬਲ ਦੇ ਵਿੱਚ ਇਹਨੂੰ ਐਡ ਔਨ ਕੀਤਾ ਗਿਆ। ਤਾਂ ਅੱਗੇ ਕੀ ਗੱਲ ਕਰਦੇ ਪ੍ਰੀਐਂਬਲ ਸੈਕਿਓਰਸ ਟੂ ਆਲ ਦ ਸਿਟੀਜ਼ਨ ਆਫ ਇੰਡੀਆ ਲਿਬਰਟੀ ਆਫ ਬਿਲੀਫ ਫੇਥ ਐਂਡ ਵਰਸ਼ਿਪ। ਹੁਣ ਆਪਣਾ ਪ੍ਰੀਐਂਬਲ ਜਿਹੜਾ ਆਪਣੀ ਪ੍ਰਸਤਾਵਨਾ ਹੈਗੀ ਉਹ ਸਾਰੇ ਦੇਸ਼ ਦੇ ਲੋਕਾਂ ਨੂੰ ਜਿਹੜਾ ਹੈਗਾ ਕੀ ਸਿਕਿਉਰ ਕਰਦੀ ਹੈ, ਉਹਨਾਂ ਵਾਸਤੇ ਕੀ ਪ੍ਰਦਾਨ ਕਰਦੀ ਹੈ? ਲਿਬਰਟੀ ਆਫ ਬਿਲੀਵ। ਲਿਬਰਟੀ ਮਤਲਬ ਆਜ਼ਾਦੀ।
ਕਿਸੇ ਵੀ ਤਰ੍ਹਾਂ ਦੀ ਆਜ਼ਾਦੀ। ਹੁਣ ਬਲੀਵ ਦਾ ਮਤਲਬ ਕਿ ਆਪਾਂ ਕਿਸੇ ਨੂੰ ਮੰਨਣਾ, ਤਾਂ ਆਪਾਂ ਮੰਨਾਂਗੇ ਕਿ ਧਰਮ ਨੂੰ, ਆਪਾਂ ਕਿਸੇ ਧਰਮ ਨੂੰ ਫੋਲੋ ਕਰਨਾ ਜਾਂ ਕਿਸੇ ਤਰ੍ਹਾਂ ਦਾ ਵੀ ਆਪਣੇ ਜਿਹੜਾ ਹੈਗਾ ਆਪਾਂ ਕਿਸੇ ਵੀ ਧਰਮ ਦੇ ਵਿਸ਼ਵਾਸ ਰੱਖਣਾ ਚਾਹੁੰਦੇ, ਆਪਾਂ ਪੂਜਾ ਪਾਠ ਕਰਨਾ, ਤਾਂ ਆਪਾਂ ਕਿਸੇ ਵੀ ਧਰਮ ਦਾ ਕਰ ਸਕਦੇ ਹਾਂ। ਅਤੇ ਇਹ ਆਪਣਾ ਪ੍ਰੀਐਂਬਲ ਵੀ ਕਹਿੰਦਾ। ਅੱਗੇ ਗੱਲ ਕਰਦੇ ਹਾਂ ਇਹਦੇ ਵਿੱਚ ਹੋਰ ਜਿਹੜਾ ਹੈਗਾ ਆਰਟੀਕਲ 14, 15, 16 ਵੀ ਜਿਹੜਾ ਹੈਗਾ ਇੰਡੀਆ ਨੂੰ ਸੈਕੂਲਰ ਸਟੇਟ ਬਣਾਉਣ ਦੇ ਵਿੱਚ ਕੰਟਰੀਬਿਊਟ ਕਰਦੇ ਨੇ। ਕਿਵੇਂ? ਹੁਣ ਕੀ ਆਰਟੀਕਲ 14 ਦੇ ਵਿੱਚ ਜਿਹੜੀ ਹੈਗੀ ਕਿਸੇ ਤਰ੍ਹਾਂ ਦਾ ਵੀ ਭੇਦਭਾਵ ਨਹੀਂ ਕੀਤਾ ਗਿਆ, ਪ੍ਰੋਟੈਕਸ਼ਨ ਦਿੱਤੀ ਗਈ ਹਰੇਕ ਪਰਸਨ ਨੂੰ। ਅੱਗੇ ਗੱਲ ਕਰਦੇ ਹਾਂ ਆਰਟੀਕਲ 14 ਦੇ ਵਿੱਚ ਕਿਸੇ ਵੀ ਪਰਸਨ ਨੂੰ ਜਿਹੜਾ ਹੈਗਾ ਧਰਮ ਦੇ ਨਾਂ 'ਤੇ ਕੀ ਉਹਨੂੰ ਜਿਹੜਾ ਹੈਗਾ ਜੋ ਓਪਰਚੁਨਿਟੀਜ਼ ਤੋਂ ਜਿਹੜਾ ਹੈਗਾ ਰੋਕਿਆ ਨਹੀਂ ਜਾ ਸਕਦਾ ਜਾਂ ਉਹਦੇ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾਏਗਾ। 16 ਦੇ ਵਿੱਚ ਵੀ ਆਈ ਕਿ ਆਪਾਂ ਜਿਹੜੇ ਹੈਗੇ ਨਾ ਜਿਹੜੇ ਆਰਟੀਕਲ 14, 15, 16 ਇਹ ਕੀ ਫੰਡਾਮੈਂਟਲ ਰਾਈਟਸ ਨੇ। ਇਸ ਕਰਕੇ ਇੱਥੇ ਇਹਨਾਂ ਨੂੰ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਮੈਂ ਡਿਫਾਈਨ ਕਰ ਰਿਹਾ, ਜਿਹੜੇ ਮੇਨ ਹੈਗੇ ਨੇ ਉਹਨਾਂ ਨੂੰ ਡਿਫਾਈਨ ਇੱਥੇ ਕਰਾਂਗਾ। ਬਾਕੀ ਜਿਹੜੇ ਆਪਾਂ ਡਿਫਾਈਨ ਕਰਨੇ ਨਾ ਆਪਾਂ ਜਿਹੜਾ ਹੈਗਾ ਨੈਕਸਟ ਟੋਪਿਕ ਹੈਗਾ ਆਪਾਂ ਫੰਡਾਮੈਂਟਲ ਰਾਈਟਸ ਹੀ ਕਰਨੇ ਨੇ। ਆਪਾਂ 1-2 ਕਲਾਸਿਸ ਲਿਆਵਾਂਗੇ MCQs ਦੀਆਂ, ਉਸ ਤੋਂ ਬਾਅਦ ਆਪਾਂ ਕੀ ਜਿਹੜਾ ਹੈਗਾ ਫੰਡਾਮੈਂਟਲ ਰਾਈਟਸ ਜਿਹਨੂੰ ਕਿ ਆਪਾਂ ਮੌਲਿਕ ਅਧਿਕਾਰਾਂ ਦੀ ਜਿਹੜੀ ਕਿ ਕਲਾਸ ਲੈ ਕੇ ਆਵਾਂਗੇ ਅਤੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ। ਅੱਗੇ ਨੈਕਸਟ ਗੱਲ ਕਰਦੇ ਹਾਂ, ਆਲ ਦ ਪਰਸਨਸ ਆਰ ਇਕੁਅਲੀ ਐਂਟਾਈਟਲਡ ਟੂ ਫਰੀडम ਆਫ ਕੌਂਸ਼ੀਅਸ ਐਂਡ ਦ ਰਾਈਟ ਟੂ ਫਰੀਲੀ ਪ੍ਰੋਫੈਸ, ਪ੍ਰੈਕਟਿਸ ਐਂਡ ਪ੍ਰੋਪੇਗੇਟ ਐਨੀ ਰਿਲੀਜਨ। ਇਹ ਗੱਲ ਕੌਣ ਕਰਦਾ? ਆਰਟੀਕਲ 25 ਗੱਲ ਕਰਦਾ। ਤਾਂ ਆਪਾਂ ਗੱਲ ਕੀਤੀ ਸੀ ਨਾ ਜਦੋਂ ਫੰਡਾਮੈਂਟਲ ਰਾਈਟਸ, ਆਪਾਂ ਇਹਦੇ ਵਿੱਚ ਵੀ ਗੱਲ ਕੀਤੀ ਹੈ। ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ ਉਹਦੇ ਵਿੱਚ ਕੀ ਰਾਈਟ ਟੂ ਰਿਲੀਜਨ ਜਿਹੜਾ ਹੈਗਾ ਉਹ ਕੀ ਹੈ 25 ਤੋਂ 28 ਤੱਕ ਹੈਗੇ ਨੇ। ਤਾਂ ਉਹਦੇ ਵਿੱਚ ਜਿਹੜਾ 25 ਕੀ ਗੱਲ ਕਰਦਾ? ਆਲ ਦ ਪਰਸਨਸ ਆਰ ਇਕੁਅਲੀ ਐਂਟਾਈਟਲਡ ਟੂ ਫਰੀडम ਆਫ ਕੌਂਸ਼ੀਅਸ। ਕੌਂਸ਼ੀਅਸ ਮਤਲਬ ਕਿ ਹਰੇਕ ਪਰਸਨ ਜਿਹੜਾ ਹੈਗਾ ਆਪਣੀ ਅੰਤਰਾਤਮਾ ਜੋ ਵੀ ਹੁੰਦੀ ਹੈ, ਅੰਤਰਾਤਮਾ ਕਹਿੰਦੀ ਉਸ ਧਰਮ ਨੂੰ ਜਿਹੜਾ ਹੈਗਾ ਮੰਨਣ ਦਾ ਉਹਨੂੰ ਪ੍ਰਾਵਧਾਨ ਦਿੱਤਾ ਜਾਂਦਾ, ਉਹਨੂੰ ਕੀ ਹੈ ਉਹਨੂੰ ਹੱਕ ਦਿੱਤਾ ਜਾਂਦਾ ਹੈ। ਐਂਡ ਰਾਈਟ ਟੂ ਫਰੀਲੀ ਪ੍ਰੋਫੈਸ, ਪ੍ਰੈਕਟਿਸ ਐਂਡ ਪ੍ਰੋਪੇਗੇਟ। ਹੁਣ ਫਰੀਲੀ ਪ੍ਰੋਫੈਸ ਮਤਲਬ ਕਿ ਉਹਨੂੰ ਮੰਨਣਾ, ਪ੍ਰੈਕਟਿਸ ਮਤਲਬ ਕਿ ਉਹਨੂੰ ਕੀ ਆਪਦੇ ਧਰਮ ਆਪਦੇ ਨਿੱਜੀ ਲਾਈਫ ਦੇ ਵਿੱਚ ਉਹਨੂੰ ਕੀ ਆਪਦੇ ਨਿੱਜੀ ਲਾਈਫ ਦੇ ਵਿੱਚ ਲੈ ਕੇ ਆਉਣਾ। ਐਂਡ ਪ੍ਰੋਪੇਗੇਟ ਐਨੀ ਰਿਲੀਜਨ। ਪ੍ਰੋਪੇਗੇਟ ਮਤਲਬ ਕਿ ਆਪਾਂ ਕੀ ਕਿਸੇ ਵੀ ਧਰਮ ਨੂੰ ਮੰਨ ਸਕਦੇ, ਇਹ ਹੈਗਾ ਆਰਟੀਕਲ 25 ਦੇ ਵਿੱਚ ਆ ਗਿਆ। ਅੱਗੇ ਗੱਲ ਕਰਦੇ ਹਾਂ ਜਿਹੜਾ ਹੈਗਾ ਨੈਕਸਟ ਪੁਆਇੰਟ ਆਪਣਾ ਹੈਗਾ ਰਾਈਟ ਟੂ ਮੈਨੇਜ ਰਿਲੀਜੀਅਸ ਅਫੇਅਰਸ। ਆਰਟੀਕਲ 26 ਦੇ ਵਿੱਚ ਦਿੱਤਾ ਗਿਆ ਵੀ ਹਰੇਕ ਧਰਮ ਨੂੰ ਕੀ ਆ ਆਪਦੇ ਰਿਲੀਜੀਅਸ ਅਫੇਅਰਸ ਨੂੰ ਜਿਹੜਾ ਹੈਗਾ ਮੈਨੇਜ ਕਰਨ ਦਾ ਹੱਕ ਹੈਗਾ, ਬਟ ਉਹ ਇਸ ਤਰ੍ਹਾਂ ਮੈਨੇਜ ਕਰਨ ਕਿ ਕਿਸੇ ਤਰ੍ਹਾਂ ਵੀ ਜਿਹੜਾ ਹੈਗਾ ਆਪਣਾ ਦੇਸ਼ ਦਾ ਪਬਲਿਕ ਆਰਡਰ ਜਿਹਦੇ ਕਰਕੇ ਕੀ ਹੈ ਵੀ ਦੰਗੇ ਫਸਾਦ ਨਾ ਹੋਣ, ਬਸ ਕੀ ਆ ਜਿਹੜਾ ਪਬਲਿਕ ਆਰਡਰ ਜਿਹੜਾ ਸਟੇਬਲ ਰਹੇ, ਉਹ ਕਿਵੇਂ ਵੀ ਮਰਜ਼ੀ ਆ ਜਿਹੜਾ ਹੈਗਾ ਕਰ ਸਕਦੇ ਨੇ ਆ ਜੋ ਵੀ ਮੈਨੇਜ ਕਰਨਾ ਉਹਦੇ ਰਿਲੀਜੀਅਸ ਅਫੇਅਰਸ ਨੂੰ। ਅੱਗੇ ਨੈਕਸਟ ਗੱਲ ਕਰਦੇ ਹਾਂ, ਨੈਕਸਟ ਪੁਆਇੰਟ ਗੱਲ ਕਰਦਾ ਨੋ ਪਰਸਨ ਸ਼ੈਲ ਬੀ ਕੰਪੈਲਡ ਟੂ ਪੇ ਐਨੀ ਟੈਕਸਿਸ ਫॉर ਦ ਪ੍ਰਮੋਸ਼ਨ ਆਫ ਅ ਪਾਰਟੀਕੂਲਰ ਰਿਲੀਜਨ। ਹੁਣ ਕੀ ਕਿਸੇ ਵੀ ਧਰਮ ਦੇ ਵਾਸਤੇ ਜਿਹੜਾ ਹੈਗਾ ਕੋਈ ਵੀ ਜਿਹੜਾ ਹੈਗਾ ਨਾ ਮਤਲਬ ਕਿ ਕਿਸੇ ਵੀ ਧਰਮ ਨੂੰ ਅਪਲਿਫਟ ਕਰਨ ਵਾਸਤੇ ਜਾਂ ਉਹਦੇ ਕੀ ਵਿਕਾਸ ਲਈ ਕੀ ਕਿਸੇ ਵੀ ਵਿਅਕਤੀ ਨੂੰ ਕੀ ਧੱਕਾ ਨਹੀਂ ਕੀਤਾ ਜਾ ਸਕਦਾ ਵੀ ਤੁਸੀਂ ਜਿਹੜਾ ਹੈਗਾ ਆਦੇ ਇਸ ਧਰਮ ਨੂੰ ਜਿਹੜਾ ਹੈਗਾ ਉਹਨੂੰ ਵਧਾਉਣ ਵਾਸਤੇ ਉਹਦਾ ਜਿਹੜਾ ਹੈਗਾ ਵਿਕਾਸ ਕਰਨ ਵਾਸਤੇ ਤੁਸੀਂ ਕੀ ਜਿਹੜਾ ਹੈਗਾ ਇਹਦੇ ਵਿੱਚ ਕੰਟਰੀਬਿਊਟ ਕਰੇ ਜਾਂ ਟੈਕਸ ਪੇ ਕਰੋ ਜਾਂ ਫਿਰ ਕੀ ਕੁਛ ਵੀ ਜਿਹੜਾ ਹੈਗਾ। ਇਹਦਾ ਮਤਲਬ ਕੀ ਹੈ ਵੀ ਕਿਸੇ ਪਰਸਨ ਨੂੰ ਕੀ ਇੱਥੇ ਕੀ ਹੈ ਜਿਹੜਾ ਹੈਗਾ ਲਾਇਬਿਲਿਟੀ ਨਹੀਂ, ਮਤਲਬ ਉਹਦੇ ਦੀ ਕੋਈ ਰਿਸਪੋਂਸੀਬਿਲਿਟੀ ਨਹੀਂ ਹੈਗੀ ਵੀ ਪੱਕਾ ਹੀ ਜਿਹੜਾ ਹੈਗਾ ਉਹਨਾਂ ਨੇ ਕਰਨਾ ਹੀ ਕਰਨਾ ਹੈ। ਉਹਨਾਂ ਦਾ ਮਨ ਹੈਗਾ ਤਾਂ ਉਹ ਕਰ ਸਕਦੇ ਨੇ ਜੇ ਟੈਕਸ ਲਗਾ ਰਿਹਾ ਜਾਂ ਕੋਈ ਵੀ ਧਰਮ ਹੈਗਾ, ਜੇ ਨਹੀਂ ਤਾਂ ਨਹੀਂ। ਅੱਗੇ ਗੱਲ ਕਰਦੇ ਆਰਟੀਕਲ 29 ਤੇ 30 ਦੇ ਵਿੱਚ ਵੀ ਜਿਹੜੇ ਹੈਗੇ ਨੇ ਆਪਣੇ ਆਰਟੀਕਲ 29, 30 ਵੀ ਕੀ ਆਪਣੇ ਜਿਹੜੇ ਹੈਗੇ ਨੇ ਦੇਸ਼ ਨੂੰ ਕੀ ਸੈਕੂਲਰ ਨੇਚਰ ਬਣਾਉਣ ਦੇ ਵਿੱਚ ਹੈਲਪਫੁਲ ਹੈਗੇ ਨੇ। ਅੱਗੇ ਗੱਲ ਕਰਦੇ ਸ਼ੈਲ ਐਂਡੇਵਰ ਟੂ ਸਿਕਿਉਰ ਫॉर ਆਲ ਦ ਸਿਟੀਜ਼ਨ ਅ ਯੂਨੀਫਾਰਮ ਸਿਵਲ ਕੋਡ। ਯੂਨੀਫਾਰਮ ਸਿਵਲ ਕੋਡ ਆਰਟੀਕਲ 44 ਦੇ ਵਿੱਚ ਹੈਗਾ। ਯੂਨੀਫਾਰਮ ਸਿਵਲ ਕੋਡ ਜਿਹੜਾ ਹੈਗਾ ਆਰਟੀਕਲ 44 ਦੇ ਵਿੱਚ ਹੈਗਾ। ਇਹ ਕੀ ਗੱਲ ਕਰਦਾ ਵੀ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਕੀ ਹੈ ਵੀ ਆਪਣੇ ਦੇਸ਼ ਦੇ ਵਿੱਚ ਜੋ ਵੀ ਸਾਰੇ ਧਰਮ ਹੈਗੇ ਨੇ ਜਾਤੀ ਹੈਗੇ ਨੇ ਸਾਰਿਆਂ ਨੂੰ ਕੀ ਬਰਾਬਰ ਰਾਈਟਸ ਦਿੱਤੇ ਜਾਣਗੇ, ਕਿਸੇ ਨੂੰ ਵੱਧ ਨਹੀਂ ਕਿਸੇ ਨੂੰ ਘੱਟ ਨਹੀਂ, ਇਕੁਅਲੀ ਰਾਈਟਸ ਦਿੱਤੇ ਜਾਣਗੇ, ਉਹ ਕੀ ਯੂਨੀਫਾਰਮ ਸਿਵਲ ਕੋਡ ਹੈ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਸੈਕੂਲਰ ਸਟੇਟ ਦੇ ਬਾਰੇ ਪਤਾ ਲੱਗ ਜਾਏਗਾ। ਸੈਕੂਲਰ ਸਟੇਟ ਸਿਰਫ ਇਹ ਨਹੀਂ ਹੈਗਾ ਵੀ ਮਤਲਬ ਕਿ ਆਪਾਂ ਧਰਮ ਦੇ ਪੱਖੋਂ ਨਿਰਪੱਖ ਹੈਗੇ ਵੀ ਆਪਾਂ ਜਿਹੜਾ ਹੈਗਾ ਆਪਣਾ ਦੇਸ਼ ਦਾ ਕੋਈ ਪੱਕਾ ਧਰਮ ਨਹੀਂ ਗਾ, ਮਤਲਬ ਪੱਕਾ ਧਰਮ ਇਨ ਦਾ ਸੈਂਸ ਕਿ ਆਪਣਾ ਰਾਸ਼ਟਰੀ ਧਰਮ ਨਹੀਂ ਗਾ ਤੇ ਸਾਰੇ ਧਰਮਾਂ ਨੂੰ ਕਿ ਬਰਾਬਰ ਹੱਕ ਦਿੰਦੇ ਆ। ਨਾਲ ਦੀ ਨਾਲ ਕਿ ਜਿਹੜੇ ਪਰਸਨ ਨੂੰ ਆਪਾਂ ਕੀ ਕਿਸੇ ਉਹਦੀ ਜਾਤੀ ਤੇ ਉਹਦੇ ਹੋਰ ਵੀ ਕਿਸੇ ਤਰ੍ਹਾਂ ਦੇ ਭੇਦਭਾਵ ਨਹੀਂ ਕਰਦੇ ਰੰਗ ਰੂਪ ਦੇ, ਉਹ ਵੀ ਕਿ ਆਪਣੇ ਦੇਸ਼ ਨੂੰ ਸੈਕੂਲਰ ਹੀ ਬਣਾਉਂਦਾ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਹਦੇ ਬਾਰੇ ਸਮਝ ਲੱਗ ਗਿਆ ਹੋਏਗਾ। ਇੰਡੀਅਨ ਸੈਕੂਲਰਿਜ਼ਮ ਗਿਵਿੰਗ ਇਕੁਅਲ ਰਿਸਪੈਕਟ ਟੂ ਆਲ ਦ ਰਿਲੀਜਨਸ ਔਰ ਪ੍ਰੋਟੈਕਟਿੰਗ ਆਲ ਦ ਰਿਲੀਜਨਸ ਇਕੁਅਲੀ। ਤਾਂ ਉਹੀ ਗੱਲ ਹੈ ਵੀ ਜਿਹੜਾ ਹੈਗਾ ਇੰਡੀਅਨ ਸਟੇਟ ਜਿਹੜੀ ਹੈਗੀ ਨਾ ਆਪਣਾ ਦੇਸ਼ ਭਾਰਤ ਹੈਗਾ ਨਾ ਉਹ ਸਾਰੇ ਦੇ ਸਾਰੇ ਧਰਮਾਂ ਨੂੰ ਕੀ ਬਰਾਬਰ ਦੇ ਅਧਿਕਾਰ ਦਿੰਦਾ ਅਤੇ ਹਰੇਕ ਧਰਮ ਨੂੰ ਕੀ ਬਰਾਬਰ ਦਾ ਪ੍ਰੋਟੈਕਟ ਕਰਦਾ ਜੇ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ। ਸੋ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਨਾ ਸਮਝ ਲੱਗ ਗਿਆ ਹੋਏਗਾ ਸੈਕੂਲਰ ਸਟੇਟ ਬਾਰੇ ਆਪਣੇ ਦੇਸ਼ ਦੇ ਵੀ ਆਪਣਾ ਦੇਸ਼ ਸੈਕੂਲਰ ਕਿਵੇਂ ਹੈਗਾ। ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਇੰਪੋਰਟੈਂਟ ਫੀਚਰ ਬਾਰੇ। ਨੈਕਸਟ ਇੰਪੋਰਟੈਂਟ ਫੀਚਰ ਹੈਗਾ ਯੂਨੀਵਰਸਲ ਅਡਲਟ ਫਰੈਂਚਾਈਜ਼।
यूनीवर्सल अडल्ट फ्रेंचाइज बारे आप पहला गल की हुई है, फिर भी आप दोबारा इनके बारे गल कर लें। यूनीवर्सल अडल्ट फ्रेंचाइज है की चीज़? यूनीवर्सल मतलब की है भी सारे देश के जिहड़ा पूरे एक ही चीज़ चलेगी। यूनीवर्सल मतलब कि सारे वास्ते बराबर है। अडल्ट मतलब की है, अडल्ट होना मतलब कि 18+ जो परसन होंगे, जो व्यक्ति जिहड़ा है 18+ हो जाता है उन्होंने अडल्ट काउंट किया जाता है, 18 या 18+। तो फ्रेंचाइज का मतलब है वोट पाने का अधिकार। और मतलब कि सारिਆਂ की है ਜਿਹੜੇ भी 18+ है उन्होंने की वोट पाने का अधिकार है, इरिस्पैक्टिव ऑफ कि वो भी वो जो मतलब कि भी इन्हें कोई भेदभाव नहीं है। वो हिंदू होना चाहिए तो वोट पा सकता है, वो सिख होना चाहिए तो वोट पा सकता है, वो मुस्लिम होना चाहिए तो वोट पा सकता है। इस तरह का कोई भेदभाव नहीं गा। नाले कोई एजुकेशनल क्वालिफिकेशन नहीं गी, वो ग्रैजुएशन की हुई उनकी +2 जी मतलब कि पोस्ट मैट्रिकुलेशन कंप्लीट हुई, तो इन इस तरह की कोई प्रोविजन नहीं गी। सिर्फ जो परसन की है 18 एज तो प्लस है बस वो की जो वोट पा सकता है। तो गल करते अपने नोट्स की गल करते हैं। द इंडियन कॉन्स्टिट्यूशन अडोप्ट्स यूनिवर्सल अडल्ट फ्रेंचाइज एज अ बेसिस ऑफ इलैक्शंस टू द लोक सभा एंड द स्टेट लैजिस्लेटिव असैंबलीज। तो ये गल है भी अपने जोड़े है स्टेट लैजिस्लेटिव असैंबली तो लोक सभा के जो इलैक्शंस होंगे ने उन्होंने जोड़े है आप वोट पाने का अधिकार किन्हों दिता गया? यूनीवर्सल अडल्ट फ्रेंचाइज जोड़े एक टर्म है उन्होंने अडोप्ट किया गया। तो उन्हें ही दसिया गया भी जोड़ा 18 साल या 18 साल तो वध परसन है ना व्यक्ति है वो की वोट पा सकते हैं। राज्य सभा तो नहीं किया गया क्योंकि जो राज्य सभा आप जो मैंबरस है सीधे तौर पर नहीं चुने जाते, उन्होंने मैंबरस जो राज्य सभा के मैंबरस उन्होंने कि अपने स्टेट MLA ही चुनते हैं। आई होप गाइज तुहानूं इन्ना याद ही होएगा, आप जो फर्स्ट क्लास के बारे गल की थी। नैक्सट गल करते हैं, एवरी सिटीजन हु इज़ नॉट लैस दैन 18 ईयर्स ऑफ एज हैज़ अ राइट टू वोट विदाउट एनी डिस्क्रिमिनेशन। हुण जिहड़ा पर्सन की है 18 साल या 18 साल तो वध है उन्होंने की है वोट पाने का अधिकार है बिना किसी भेदभाव के। बिना किसी भेदभाव के मतलब की है डिस्क्रिमिनेशन ऑफ कास्ट, रेस, रिलीजन, जेंडर, लिटरेसी एंड वैल्थ। हुण की ना तो कि कास्ट के बेस पर मतलब कि उनकी जाति के बेस पर किया जा सकता भी वो SC कम्यूनिटी बिलोंग करता है, जनरल कम्यूनिटी बिलोंग करता है, या फिर रेस इन द सेंस कि वो ब्लैक है, वाइट है, उनके रंग रूप से भी आप भेदभाव नहीं कर सकते। रिलीजन इन रिलीजन भी नहीं आएगा अपने यूनीवर्सल अडल्ट फ्रेंचाइज वोट पाने के कोई रिलीजन नहीं इन आएगा। जेंडर फीमेल है मेल है वो भी नहीं मैटर करता इतने। लिटरेसी लिटरेट चाहे वो इलिटरेट भी है ना, चाहे वो उन्हें कुछ भी नहीं पढ़िया, ABC भी नहीं पढ़ी मतलब कि एक अखर भी नहीं पढ़िया, वो भी जोड़ा अपने देश में वोट पा सकता है। इनका मतलब यही है यूनीवर्सल अडल्ट फ्रेंचाइज। अगे गल करते वैल्थ की इतने कोई ये नहीं है भी जिन संपत्ति जी करोड़ों हैगी है या फिर जिनकी संपत्ति अरबां हैगी वो ही वोट पा सकते। इतने हरेक परसन वोट पा सकता है, बस एक ही क्राइटेरिया है, एक ही जो कंडीशन हैगी वो हैगी है अडल्ट एज, मतलब कि 18 साल या 18 साल तो प्लस एज होएगी उन्होंने की वोट पाने का अधिकार है। आई होप गाइज तो इन्हें समझ लग गया होगा यूनीवर्सल अडल्ट फ्रेंचाइज बारे। अगे एक थोड़ा इफेक्ट है जिनके बारे आप गल कर लेने। द वोटिंग एज वॉज रिड्यूस्ड टू 18 ईयर्स फ्रॉम 21 ईयर्स इन 1989 बाय द 61st अमेंडमेंट एक्ट ऑफ 1988। हम कि जोड़ा जी अपनी जी अमेंडमेंट एक्ट है 61st अमेंडमेंट एक्ट 61वां जोड़ा संशोधन है जोड़ा कि 1988 के लिया गया। उन्हें की किया गया भी अपनी यूनीवर्सल अडल्ट फ्रेंचाइज के थ्रू ना पहले की एज हैगी 21, बट हुण की वो जी एज नूं कि रिड्यूस करके 18 कर दिता गया। तो वो जोड़ा है एक्चुअल जोड़ा अपने देश के लागू कदों की गई 1999 के। अगे गल करते हैं, यूनीवर्सल अडल्ट फ्रेंचाइज मेक्स डेमोक्रेसी ब्रॉड बेस। डेमोक्रेसी नूं वधाउंदी है, लोकतंत्र नूं जिहड़ा उत्साह देंदी है। एनहेंसिस द सैल्फ रिस्पैक्ट। हरेक परसन की सैल्फ रिस्पैक्ट होंगी, मतलब कि चाहे वो अमीर है चाहे गरीब है चाहे वो अनपढ़ है चाहे पढ़िया लिखा है, हरेक नूं की ये तो है भी वो उनकी सैल्फ रिस्पैक्ट जी उन्होंने की है एक रिस्पैक्ट दी जाती, उन्होंने की सैल्फ रिस्पैक्ट आदि दिता है। अगे है प्रेस्टीज टू द कॉमन पीपल। प्रेस्टीज मतलब कि उन्होंने की जोड़ा उत्साह दिता जाता है। अगे गल करते हैं, आई होप गाइज तुहानूं जो यूनीवर्सल अडल्ट फ्रेंचाइज बारे सारा समझ लग के जे फिर भी किसी तरह का कोई डाउट हो तो तुसीं की जोड़ा कॉमेंट सैक्शन दस सकते हो। अगे गल करते हैं अपना जोड़ा 13th जोड़ा अपना फीचर है अपना सैलिएंट फीचर है कॉन्स्टिट्यूशन का वो है सिंगल सिटीजनशिप। अगे आप गल करते हैं सिंगल सिटीजनशिप। आपन पता है अपने देश की जी सिंगल सिटीजनशिप है मतलब की है एक ही नागरिकता दी जाती है, वो की है अपने देश की होंगी मतलब भारत की होंगी है। तो इनके बारे आप गल करते हैं, दो द इंडियन कॉन्स्टिट्यूशन इज़ अ फेडरल एंड एनविसेजेस
ਅਡਿਊਲ ਪੋਲਿਟੀ। ਹੁਣ ਮਤਲਬ ਕਿ ਇਹ ਕੀ ਕਹਿ ਰਹੇ ਨੇ ਵੀ ਆਪਾਂ ਮੰਨਦੇ ਹਾਂ ਵੀ ਆਪਣਾ ਜਿਹੜਾ ਹੈਗਾ ਇੱਕ ਦੇਸ਼ ਜਿਹੜਾ ਹੈਗਾ ਸੰਘੀ ਸ਼ਾਸਨ ਪ੍ਰਣਾਲੀ ਵਾਲਾ ਹੈਗਾ, ਜਿੱਥੇ ਕੀ ਹੈ ਦੋ ਸਰਕਾਰਾਂ ਹੁੰਦੀਆਂ ਨੇ, ਲੋਕ ਸਭਾ ਰਾਜ ਸਭਾ ਇੱਕ ਸੈਂਟਰ ਦੇ ਵਿੱਚ, ਅਤੇ ਜਿਹੜੇ ਹੈਗੇ ਸਟੇਟ ਦੇ ਵਿੱਚ ਜਿਹੜੇ ਹੈਗੇ ਨੇ ਵਿਧਾਨ ਸਭਾ ਹੁੰਦੇ ਨੇ, ਰਾਜ ਵਿਧਾਨ ਸਭਾ ਹੁੰਦੀਆਂ ਨੇ, ਉਹ ਹੈਗੀਆਂ ਨੇ। ਬਟ ਫਿਰ ਵੀ ਜਿਹੜਾ ਹੈਗਾ ਇੱਥੇ ਕੀ ਹੈ ਜਿਹੜਾ ਹੈਗਾ ਆਪਣੇ ਡਿਊਲ ਪੋਲਿਟੀ ਹੈਗੀ ਹੈ, ਤਾਂ ਵੀ ਕੀ ਜਿਹੜਾ ਹੈਗਾ ਆਪਣਾ ਕੰਸਟੀਟਿਊਸ਼ਨ ਕੀ ਪ੍ਰੋਵਾਈਡ ਕਰਦਾ, ਸਿੰਗਲ ਸਿਟੀਜ਼ਨਸ਼ਿਪ ਪ੍ਰੋਵਾਈਡ ਕਰਦਾ। ਇਟ ਪ੍ਰੋਵਾਈਡਸ ਫॉर ਓਨਲੀ ਅ ਸਿੰਗਲ ਸਿਟੀਜ਼ਨਸ਼ਿਪ दैट इज़ द इंडियन सिटीजनशिप। ਹੁਣ ਕੀ ਉਹੀ ਗੱਲ ਕੀਤੀ ਵੀ ਆਪਣੇ ਦੇਸ਼ ਦੇ ਨਾਗਰਿਕ ਨੂੰ ਕੀ ਸਿਰਫ ਇਕਹਿਰੀ ਨਾਗਰਿਕਤਾ ਦਿੱਤੀ ਜਾਂਦੀ ਹੈ, ਜਿਹੜੀ ਕਿ ਜਿਹਨੂੰ ਆਪਾਂ ਕੀ ਕਹਿ ਦਈਏ ਭਾਰਤ ਦੀ ਨਾਗਰਿਕਤਾ। ਕੀ ਹੁੰਦਾ ਹੁਣ ਮਤਲਬ ਕਿ ਨਾ ਜੇ ਆਪਾਂ USA ਦੀ ਗੱਲ ਕਰੀਏ, USA ਦੇ ਵਿੱਚ ਕੀ ਹੈਗਾ ਡਿਊਲ ਸਿਟੀਜ਼ਨਸ਼ਿਪ, ਮਤਲਬ ਦੋਹਰੀ ਨਾਗਰਿਕਤਾ ਦਿੱਤੀ ਜਾਂਦੀ। ਕਿਵੇਂ? ਹੁਣ ਕਿ ਸਟੇਟਸ ਵਿੱਚ ਉਹਨਾਂ ਦੀ ਅਲੱਗ ਤੋਂ ਹੈਗੀ, ਜਿਹੜੀ ਸਟੇਟ ਦੇ ਵਿੱਚ ਜਿਹੜੇ ਪਰਸਨ ਬੋਰਨ ਕਰਦਾ ਨਾ, ਮਤਲਬ ਜਨਮ ਲੈਂਦਾ, ਉਹ ਸਟੇਟ ਦੀ ਉਹਦੀ ਅਲੱਗ ਨਾਗਰਿਕਤਾ ਹੋਵੇਗੀ, ਦੇਸ਼ ਦੀ ਅਲੱਗ ਨਾਗਰਿਕਤਾ ਹੋਵੇਗੀ। ਬਟ ਆਪਣੇ ਦੇਸ਼ ਦੇ ਵਿੱਚ ਆਪਾਂ ਚਾਹੇ ਕਿਹੜੇ ਮਰਜ਼ੀ ਕੋਨੇ 'ਤੇ ਆਪਾਂ ਬਰਥ ਲਈਏ, ਆਪਾਂ ਜੰਮੀਏ, ਪਰ ਜਿਹੜਾ ਹੈਗਾ ਆਪਣੀ ਨਾਗਰਿਕਤਾ ਕਿਸ ਚੀਜ਼ ਦੀ ਦਿੱਤੀ ਜਾਏਗੀ? ਭਾਰਤ ਦੀ ਹੀ ਦਿੱਤੀ ਜਾਏਗੀ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਸਿੰਗਲ ਸਿਟੀਜ਼ਨਸ਼ਿਪ ਬਾਰੇ ਜਿਹੜਾ ਹੈਗਾ ਸਮਝ ਲੱਗ ਗਿਆ ਹੋਏਗਾ। ਅੱਗੇ ਗੱਲ ਕਰਦੇ ਆਪਾਂ 14th ਫੀਚਰ ਬਾਰੇ, ਇੰਡੀਪੈਂਡੈਂਟ ਬੋਡੀਜ਼। ਇੰਡੀਪੈਂਡੈਂਟ ਬੋਡੀਜ਼ ਮਤਲਬ ਕਿ ਆਜ਼ਾਦ ਜਿਹੜੇ ਹੈਗੇ ਨੇ ਕਈ ਆਫਿਸ ਹੈਗੇ ਨੇ, ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਤਾਂ ਹੁਣ ਗੱਲ ਕਰਦੇ ਆਪਾਂ ਕੀ ਹੈ ਵੀ ਆਪਣੀ ਇੰਡੀਪੈਂਡੈਂਟ ਬੋਡੀਜ਼ ਜਿਹੜੀ ਹੈਗੇ ਨੇ ਉਹ ਕੀ ਆਪਣਾ ਉਹਨਾਂ ਨੂੰ ਸੰਵਿਧਾਨ ਜਿਹੜਾ ਹੈਗਾ ਦਿੰਦਾ ਉਹਨਾਂ ਨੂੰ ਪ੍ਰੋਵੀਜ਼ਨਸ, ਜਾਂ ਫਿਰ ਕੋਈ ਵੀ ਇਹ ਜਿਹੜੇ ਹੈਗੇ ਨੇ ਇੱਕ ਲੀਗਲ ਬੋਡੀਜ਼ ਹੈਗੀਆਂ ਨੇ। ਤਾਂ ਇਹਨਾਂ ਬਾਰੇ ਗੱਲ ਕਰਦੇ ਹਾਂ। ਦ ਇੰਡੀਅਨ ਕਨਸਟੀਟਿਊਸ਼ਨ ਨਾਟ ਓਨਲੀ ਪ੍ਰੋਵਾਈਡਸ ਫॉर ਦ ਲੈਜਿਸਲੇਟਿਵ, ਐਗਜ਼ੀਕਿਊਟਿਵ ਐਂਡ ਜੁਡੀਸ਼ੀਅਲ organs of the government but also establishes certain independent bodies। ਹੁਣ ਇੱਥੇ ਕੀ ਗੱਲ ਕਰ ਰਹੇ ਨੇ, ਮਤਲਬ ਕਿ ਇਹ ਜਿਹੜੀ ਹੈਗੀ ਲੀਗਲ ਬੋਡੀਜ਼ ਨਹੀਂ ਗਿਆ ਵੀ ਆਪਾਂ ਇਹਨੂੰ ਕੀ ਸੰਵਿਧਾਨ ਹੀ ਜਿਹੜਾ ਹੈਗਾ ਪ੍ਰੋਵੀਜ਼ਨ ਦਿੰਦਾ, ਸੰਵਿਧਾਨ ਕੀ ਇਹਨਾਂ ਨੂੰ ਜਿਹੜਾ ਹੈਗਾ ਸ਼ਕਤੀਆਂ ਦੇ ਬੋਡੀਜ਼ ਜਿਹੜੀ ਹੈਗੀ ਨੇ ਇਹਨਾਂ ਕਿ ਸੰਵਿਧਾਨਿਕ ਤੌਰ 'ਤੇ ਇਹਨਾਂ ਨੂੰ ਮਾਨਤਾ ਦਿੱਤੀ ਗਈ ਹੈ। ਠੀਕ ਹੈ, ਇਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਕਮਿਸ਼ਨ ਆਫ ਇੰਡੀਆ ਜਿਹੜਾ ਹੈਗਾ ਉਹ ਵੀ ਇੱਕ ਇੰਡੀਪੈਂਡੈਂਟ ਬੋਡੀ ਹੈ, ਜਿਹੜਾ ਕਿ ਇੰਡੀਪੈਂਡੈਂਟਲੀ ਕੰਮ ਕਰਦੀ ਹੈ ਪੂਰੇ ਆਪਣੇ ਦੇਸ਼ ਦੇ ਵਿੱਚ। ਕਿਉਂ? ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮਤਲਬ ਪਹਿਲਾਂ ਕੀ ਕੰਮ ਕੀ ਹੈ? ਕੰਮ ਕੀ ਹੈ ਵੀ ਆਪਣੇ ਦੇਸ਼ ਦੇ ਵਿੱਚ ਇਲੈਕਸ਼ਨਸ ਕਰਾਉਣਾ। ਠੀਕ ਹੈ, ਸਟੇਟ ਲੈਜਿਸਲੇਟਿਵ ਅਸੈਂਬਲੀ ਦੇ, ਲੋਕ ਸਭਾ ਦੇ, ਰਾਜ ਸਭਾ ਦੇ, ਪ੍ਰੈਜ਼ੀਡੈਂਟ ਆਫ ਇੰਡੀਆ ਦੇ। ਠੀਕ ਹੈ, ਇਹਨਾਂ ਦੇ ਸਾਰਿਆਂ ਜਿਹੜੇ ਕਿ ਇਲੈਕਸ਼ਨਸ ਕਰਾਉਣਾ ਹੈ, ਸਭ ਤੋਂ ਪਹਿਲਾਂ ਇਹਦਾ ਕੰਮ ਹੈਗਾ ਇਲੈਕਸ਼ਨ ਕਮਿਸ਼ਨ ਟੂ ਐਨਸ਼ੋਰ ਫ੍ਰੀ ਐਂਡ ਫੇਅਰ ਇਲੈਕਸ਼ਨਸ ਟੂ ਦਾ ਪਾਰਲੀਮੈਂਟ। ਪਾਰਲੀਮੈਂਟਰੀ ਇਲੈਕਸ਼ਨਸ ਨੂੰ ਕਿ ਫ੍ਰੀ ਐਂਡ ਫੇਅਰ ਜਿਹੜਾ ਹੈਗਾ ਕੰਡਕਟ ਕਰਵਾਉਣਾ। ਫ੍ਰੀ ਐਂਡ ਫੇਅਰ ਮਤਲਬ ਕੀ ਹੈ ਤੇ ਵੀ ਜਿਹੜਾ ਹੈਗਾ ਬਿਨਾਂ ਕਿਸੇ ਧੱਕੇਸ਼ਾਹੀ ਦੇ। ਕਈ ਵਾਰ ਕੀ ਹੁੰਦਾ ਵੀ ਧੱਕਾ ਹੋ ਜਾਏ ਤਾਂ ਉਹ ਫ੍ਰੀ ਐਂਡ ਫੇਅਰ ਜਿਹੜੇ ਹੈਗੇ ਇਲੈਕਸ਼ਨ ਨਹੀਂ ਕਾਊਂਟ ਕੀਤੇ ਜਾਂਦੇ, ਜਿੱਥੇ ਜਾਂ ਫਿਰ ਕੀ ਹੈ ਕਰਪਸ਼ਨ ਹੁੰਦੀ ਪਈ ਹੋਏ ਵੀ ਆਪਾਂ ਕੀ ਵੋਟਸ ਜਿਹੜੇ ਹੈਗੇ ਵੋਟ ਪਾਉਣ ਲਈ ਜਿਹੜਾ ਹੈਗਾ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ, ਤਾਂ ਉਹ ਫ੍ਰੀ ਐਂਡ ਫੇਅਰ ਇਲੈਕਸ਼ਨਸ ਨਹੀਂ ਮੰਨੇ ਜਾਂਦੇ। ਤਾਂ ਉਹਨਾਂ ਨੂੰ ਕੀ ਜਿਹੜਾ ਹੈਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕਰਾਉਣ ਦੇ ਵਿੱਚ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਲਪ ਕਰਦੀ ਹੈ। ਦ ਸਟੇਟ ਲੈਜਿਸਲੇਚਰ ਦੇ ਵਿੱਚ ਵੀ ਉਹਨਾਂ ਦਾ ਇਹੀ ਕੰਮ ਹੁੰਦਾ। ਦ ਆਫਿਸ ਆਫ ਪ੍ਰੈਜ਼ੀਡੈਂਟ ਆਫ ਇੰਡੀਆ, ਉਹ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਹੈਗਾ ਉਹਨਾਂ ਦੇ ਇਲੈਕਸ਼ਨਸ ਕੰਡਕਟ ਕਰਾਉਂਦੇ। ਐਂਡ ਦ ਆਫਿਸ ਆਫ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਇਹ ਸਾਰੀ ਬੋਡੀਜ਼ ਜਿਹੜੀ ਹੈਗੀਆਂ ਨੇ, ਸਾਰੇ ਆਫਿਸ ਜਿਹੜੇ ਹੈਗੇ ਨੇ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰੈਜ਼ੀਡੈਂਟ ਆਫ ਇੰਡੀਆ, ਲੋਕ ਸਭਾ, ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਜਿਹੜੇ ਹੈਗੇ ਨੇ, ਸਾਰਿਆਂ ਦੇ ਇਲੈਕਸ਼ਨਸ ਕੌਣ ਕੰਡਕਟ ਕਰਾਉਂਦਾ? ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਅਤੇ ਇੱਕ ਇਹ ਯਾਦ ਰੱਖਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਇੱਕ ਇੰਡੀਪੈਂਡੈਂਟ ਬੋਡੀ ਹੈਗੀ ਹੈ। ਅੱਗੇ ਗੱਲ ਕਰਦੇ ਸੈਕਿੰਡ ਆਪਣੀ ਜਿਹੜੀ ਬੋਡੀ ਹੈਗੀ ਹੈ ਉਹ ਹੈਗੀ ਕੈਗ। ਕੈਗ ਦਾ ਫੁੱਲ ਫਾਰਮ ਕੀ ਹੈਗੀ ਹੈ? ਕੰਟਰੋਲਰ ਐਂਡ ਆਡੀਟਰ ਜਨਰਲ। ਠੀਕ ਹੈ, ਕੰਟਰੋਲਰ ਐਂਡ ਆਡੀਟਰ ਜਨਰਲ ਕੈਗ ਦੀ ਫੁੱਲ ਫਾਰਮ ਹੈਗੀ ਹੈ। ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਟੂ ਆਡਿਟ ਐਂਡ ਦ ਅਕਾਊਂਟਸ ਆਫ ਦ ਸੈਂਟਰਲ ਐਂਡ ਸਟੇਟ ਗੌਰਮੈਂਟਸ। ਹੁਣ ਸੈਂਟਰ ਅਤੇ ਸਟੇਟ ਗੌਰਮੈਂਟ ਦੇ ਜਿਹੜੇ ਅਕਾਊਂਟਸ ਹੈਗੇ ਨੇ, ਉਹਨਾਂ ਦਾ ਜੋ ਵੀ ਹੈਗਾ, ਜੋ ਖਰਚਾ ਹੈਗਾ ਜਾਂ ਫਿਰ ਕੁਛ ਵੀ ਹੈਗਾ, ਜੋ ਵੀ ਖਰਚਾ ਕਰ ਰਹੀ ਹੈ ਜਾਂ ਫਿਰ ਕੀ ਟੈਕਸ ਕਲੈਕਟ ਕਰ ਰਹੀ ਹੈ, ਉਹ ਸਾਰੇ ਦੇ ਵਿੱਚ ਉਹਨਾਂ ਦੀ ਕੀ ਹੈ? ਕੈਗ ਦੀ ਨਜ਼ਰ ਹੁੰਦੀ ਹੈ। ਹੀ ਐਕਟਸ ਐਜ਼ ਦ ਗਾਰਡੀਅਨ ਆਫ ਦ ਪਬਲਿਕ ਪਰਸ। ਆਪਣਾ ਜਿਹੜਾ ਪਬਲਿਕ ਪਰਸ ਹੁੰਦਾ ਨਾ, ਜਿਹੜਾ ਲੋਕਾਂ ਦਾ ਰੁਪਇਆ ਹੁੰਦਾ, ਉਹਨਾਂ 'ਤੇ ਗਾਰਜੀਅਨ ਹੈਗੇ ਨੇ, ਉਹਨਾਂ 'ਤੇ ਜਿਹੜਾ ਹੈਗਾ ਧਿਆਨ ਰੱਖਦੀ ਹੈ ਵੀ ਕਿਸੇ ਤਰ੍ਹਾਂ ਵੀ ਕੋਈ ਜਿਹੜਾ ਹੈਗਾ ਕੋਈ ਲੀਡਰ ਹੈਗਾ ਜਾਂ ਫਿਰ ਕਿਸੇ ਤਰ੍ਹਾਂ ਵੀ ਕੋਈ ਜਿਹੜਾ ਆਫਿਸਰ ਹੈਗਾ ਕੋਈ ਇਹਦੇ ਜਿਹੜੇ ਹੈਗਾ ਕਰਪਸ਼ਨ ਨਾ ਹੋ ਸਕੇ। ਕਮੈਂਟਸ ਔਨ ਦ ਲੀਗਲ ਐਂਡ ਪ੍ਰਾਇਓਰਿਟੀ ਆਫ ਦ ਗਵਰਨਮੈਂਟ ਐਕਸਪੈਂਡੀਚਰ। ਅਤੇ ਉਹਨਾਂ 'ਤੇ ਕਮੈਂਟ ਵੀ ਕਰ ਸਕਦੀ ਜਿਹੜੇ ਗੌਰਮੈਂਟ ਦੇ ਲੀਗਲ ਐਕਸਪੈਂਡੀਚਰ 'ਤੇ। ਐਕਸਪੈਂਡੀਚਰ ਦਾ ਮਤਲਬ ਹੁੰਦਾ ਖਰਚੇ 'ਤੇ। ਸੋ ਆਈ ਹੋਪ ਗਾਈਜ਼ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਜਾਂ ਫਿਰ ਕਈ ਵਾਰ ਕੀ ਹੁੰਦਾ ਨਾ, ਕੋਈ ਜਿਹੜਾ ਹੈਗਾ ਪਰਸਨ ਹੈਗਾ ਉਹ ਕੀ ਹੈ ਕੋਈ ਕਰਪਸ਼ਨ ਕਰਕੇ ਕਾਫੀ ਪੈਸਾ ਜਿਹੜਾ ਹੈਗਾ ਬਲੈਕ ਮਨੀ ਜਿਹੜੀ ਹੈਗੀ ਇਕੱਠੀ ਕਰਦਾ, ਤਾਂ ਉਹਨਾਂ ਦਾ ਰੇਟ ਵੀ ਜਿਹੜੇ ਹੈਗੀ ਹੈ ਕੈਗ ਹੀ ਜਿਹੜਾ ਹੈਗਾ ਕੰਟਰੋਲਰ ਐਂਡ ਆਡੀਟਰ ਜਨਰਲ ਹੀ ਕਰਵਾਉਂਦਾ ਹੈ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਹਦੇ ਬਾਰੇ ਪਤਾ ਲੱਗ ਗਿਆ ਹੋਏਗਾ। ਨੈਕਸਟ ਆਪਾਂ ਗੱਲ ਕਰਦੇ ਹਾਂ, ਨੈਕਸਟ ਬੋਡੀ ਜਿਹੜੀ ਹੈਗੀ ਉਹ ਹੈਗੀ UPSC। ਆਈ ਹੋਪ ਗਾਈਜ਼ ਤੁਹਾਨੂੰ UPSC ਸਾਰਿਆਂ ਨੂੰ ਹੀ ਪਤਾ ਹੋਏਗਾ। UPSC ਦੀ ਫੁੱਲ ਫਾਰਮ ਕੀ ਹੈ? ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਇੱਕ ਐਸੀ ਬੋਡੀ ਹੈਗੀ ਹੈ ਜਿਹੜੀ ਕੀ ਹੈ ਆਪਣੇ ਦੇਸ਼ ਦੇ ਵਿੱਚ ਜਿਹੜੇ ਹੈਗੇ
इंडिया लैवल ते की है जेह्ड़ा ऑल इंडिया लैवल ते की जेह्ड़े एग्जाम कंडक्ट करवाती है जेह्ड़े की है अपने ब्यूरोक्रेट्स ਲਈ। आई होप गाइस तुहानूं पता होएगा। तो आप गल करते हैं यूपीएससी टू कंडक्ट द एग्जामिनेशंस फॉर द रिक्वायरमेंट ऑफ AIS। AIS की फुल फॉर्म की है ऑल इंडियन सर्विसेज। ਹੁਣ यूपीएससी ਕੀ ਹੈ यूनियन पब्लिक सर्विस कमीशन ਕੀ ਕਰਦਾ ਹੈ ਜਿਹੜੇ ਹੈਗੇ ਨੇ ਐਗਜ਼ਾਮੀਨੇਸ਼ਨਸ ਕੰਡਕਟ ਕਰਾਉਂਦਾ ਕਿਹਨਾਂ ਲਈ ਆਲ ਇੰਡੀਅਨ ਸਰਵਿਸਿਜ਼ ਲਈ। ਆਲ ਇੰਡੀਅਨ ਸਰਵਿਸਿਜ਼ ਵਿੱਚ ਕੀ ਆ ਜਾਂਦਾ ਹੈ IAS IPS IFS ਇਹ ਜਿਹੜੇ ਹੈਗੇ ਨੇ ਇਹ ਬੋਡੀਜ਼ ਹੈਗੇ ਨੇ ਕੀ ਹੈ ਆਲ ਇੰਡੀਅਨ ਸਰਵਿਸਿਜ਼ ਦੇ ਵਿੱਚ ਆ ਜਾਂਦੀਆਂ ਨੇ ਇੰਡੀਅਨ ਫੋਰੈਸਟ ਸਰਵਿਸਿਜ਼ ਐਂਡ ਹਾਇਰ ਸੈਂਟਰਲ ਸਰਵਿਸਿਜ਼ ਐਂਡ ਟੂ ਐਡਵਾਈਜ਼ ਦ ਪ੍ਰੈਜ਼ੀਡੈਂਟ ਔਨ ਦ ਡਿਸਪਲਿਨਰੀ ਮੈਟਰਸ। और मैटर्स के जो डिसिपलिन ਲਈ ਜਾਂ ਫਿਰ ਕੀ ਜਿਹੜੇ ਹੈਗੇ ਨੇ ਹਾਇਰ ਸੈਂਟਰਲ ਸਰਵਿਸਿਜ਼ ਹੈਗੀਆਂ ਨੇ ਉਹਨਾਂ ਵਾਸਤੇ ਕੀ ਜਿਹੜਾ ਹੈਗਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੀ ਹੈਗਾ ਜਿਹੜਾ ਹੈਗਾ ਐਗਜ਼ਾਮਸ ਕੰਡਕਟ ਕਰਵਾਉਂਦਾ ਉਹਨਾਂ ਲਈ। ਜਿਵੇਂ ਜਿਹੜੀ ਹੈਗੀਆਂ ਨੇ ਸੈਂਟਰਲ ਸਰਵਿਸਿਜ਼ ਹੈਗੀਆਂ ਜਿਵੇਂ CDS ਹੋ ਗਿਆ CDS ਜਿਹੜਾ ਹੈਗਾ ਨਾ ਉਹਦੇ ਵਾਸਤੇ ਵੀ ਕੀ ਜਿਹੜਾ ਹੈਗਾ UPSC ਜਿਹੜਾ ਹੈਗਾ ਉਹਨਾਂ ਵਾਸਤੇ ਐਗਜ਼ਾਮ ਕੰਡਕਟ ਕਰਵਾਉਂਦਾ। आई होप गाइस ਤੁਹਾਨੂੰ ਜਿਹੜਾ ਹੈਗਾ UPSC ਬਾਰੇ ਪਤਾ ਲੱਗ ਗਿਆ ਹੋਏਗਾ। ਆਪਣੀ ਜਿਹੜੀ ਕਿ ਫੋਰਥ ਜਿਹੜੀ ਹੈ ਇੰਡੀਪੈਂਡੈਂਟ ਬੋਡੀ ਤੇ ਲਾਸਟ ਇੰਡੀਪੈਂਡੈਂਟ ਬੋਡੀ ਹੈਗੀ ਹੈ ਉਹ ਹੈਗੀ ਸਟੇਟ ਪਬਲਿਕ ਸਰਵਿਸ ਕਮਿਸ਼ਨ। ਸਟੇਟ ਪਬਲਿਕ ਸਰਵਿਸ ਕਮਿਸ਼ਨ ਉਹ ਹੈਗੇ ਜਿਵੇਂ ਕਿ ਆਪਣੇ UPSC ਹੈਗੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਆਪਣੇ ਸੈਂਟਰ ਦੇ ਵਿੱਚ ਹੈਗੇ ਉਵੇਂ ਕੀ ਜਿਹੜੀ ਹੈਗੀ ਸਟੇਟ ਪਬਲਿਕ ਸਰਵਿਸ ਕਮਿਸ਼ਨ ਹੈਗੀ ਜਿਹੜੀ ਕਿ ਸਟੇਟਸ ਦੇ ਵਿੱਚ ਜਿਹੜੀ ਬੈਠਦੀ ਉਹ ਕੀ ਗੱਲ ਕਰਦੀ ਉਹੀ ਜਿਹੜੇ ਹੈਗੇ ਐਗਜ਼ਾਮਸ ਕੰਡਕਟ ਕਰਾਉਂਦੀ ਹੈ। State Public Service Commission in every state to conduct examinations for recruitment of the state services। और state services वास्ते की जेह्ड़े कि एग्जाम कंडक्ट करांदी है and to advise the governor on the disciplinary manners ਜਾਂ ਫਿਰ मैटर्स। ਹੁਣ ਕੀ ਹੈ ਇਹਨਾਂ ਦੇ ਵਿੱਚ ਜਿਹੜੇ ਹੈਗੇ ਨਾ ਸੈਂਟਰ ਦੇ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੀ ਹੈ ਐਡਵਾਈਸ ਕਰਦੀ ਪ੍ਰੈਜ਼ੀਡੈਂਟ ਨੂੰ ਡਿਸਿਪਲਿਨ ਲਈ ਤੇ ਜਿਹੜੇ ਕਿ ਸਟੇਟ ਪਬਲਿਕ ਸਰਵਿਸ ਕਮਿਸ਼ਨ ਹੈਗਾ ਉਹ ਕੀ ਜਿਹੜਾ ਹੈਗਾ ਗਵਰਨਰ ਨੂੰ ਕੀ ਹੈ ਡਿਸਿਪਲਿਨਰੀ ਮੈਟਰਸ ਤੇ ਕੀ ਹੈ ਜਿਹੜੇ ਹੈਗਾ ਉਹਨਾਂ ਨੂੰ ਐਡਵਾਈਸ ਦਿੰਦੀ ਹੈ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਆਪਣੇ ਦੇਸ਼ ਨੂੰ ਜਿਹੜਾ ਹੈਗਾ ਸਹੀ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ ਬਿਨਾਂ ਕਿਸੇ ਦੰਗੇ ਫਸਾਦ ਤੋਂ। आई होप गाइज ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਜਿਹੜਾ 15th ਜਿਹੜਾ ਹੈਗਾ ਨਾ ਆਪਣਾ 15th ਸੈਲੀਅੰਟ ਫੀਚਰ ਹੈਗਾ ਉਹਦੇ ਬਾਰੇ ਗੱਲ ਕਰਦੇ ਹਾਂ। ਤਾਂ ਉਹ ਕਿਹੜਾ ਹੈਗਾ ਐਮਰਜੈਂਸੀ ਪ੍ਰੋਵੀਜ਼ਨਸ। ਹੁਣ ਗੱਲ ਕਰਦੇ ਐਮਰਜੈਂਸੀ ਪ੍ਰੋਵੀਜ਼ਨਸ ਬਾਰੇ। The Indian Constitution contains elaborate emergency provisions to enable the president to meet any extraordinary situation effectively। ਹੁਣ ਕੀ ਹੈ ਜਿਹੜਾ ਹੈਗਾ ਇਹ ਜਿਹੜੇ ਹੈਗੇ ਨੇ ਐਮਰਜੈਂਸੀ ਪ੍ਰੋਵੀਜ਼ਨਸ ਹੈਗੇ ਨੇ ਇਹ ਕੀ ਹੈ ਪਾਵਰਸ ਦਿੱਤੀ ਗਈਆਂ ਨੇ ਪ੍ਰੈਜ਼ੀਡੈਂਟ ਨੂੰ ਕਿ ਉਹ ਕਈ ਵਾਰ ਕੀ ਹੋ ਜਾਂਦਾ ਐਕਸਟਰਾ ਆਰਡੀਨਰੀ ਜਿਹੜੀ ਇਹ ਸਿਚੁਏਸ਼ਨ ਆ ਜਾਂਦੀ ਹੈ ਜਿਹਦੇ ਵਿੱਚ ਕੀ ਆ ਕੋਈ ਹੈਂਡਲ ਕਰਨਾ ਹੈਗਾ ਕਿਸੇ ਸਿਚੁਏਸ਼ਨ ਔਖਾ ਹੋ ਜਾਂਦਾ ਤਾਂ ਉਹਦੇ ਵਿੱਚ ਜਿਹੜਾ ਹੈਗਾ ਪ੍ਰੈਜ਼ੀਡੈਂਟ ਕੀ ਹੈਗਾ ਆਦੀ ਪਾਵਰ ਨੂੰ ਯੂਜ਼ ਕਰਕੇ ਕੀ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਗਾ ਸਕਦਾ ਅਤੇ ਜਿਹੜੀ ਐਮਰਜੈਂਸੀਜ਼ ਹੈਗੀਆਂ ਨੇ ਕਿਹੜੀ ਕਿਹੜੀ ਲਗਾ ਸਕਦਾ ਉਹਨਾਂ ਬਾਰੇ ਆਪਾਂ ਜਿਹੜੇ ਥੱਲੇ ਆਪਾਂ ਗੱਲ ਕਰਾਂਗੇ। ਅੱਗੇ ਗੱਲ ਕਰਦੇ ਹਾਂ ਦ ਰੈਸ਼ਨੈਲਿਟੀ ਬਿਹਾਈਂਡ ਦ ਇਨਕੋਰਪੋਰੇਸ਼ਨ ਆਫ ਦ ਪ੍ਰੋਵੀਜ਼ਨਸ ਇਜ਼ ਟੂ ਸੇਫਗਾਰਡ ਦ ਸੋਵਰਨਿਟੀ unity, integrity and security of the country, the democratic political system and the constitution। ਹੁਣ ਕੀ ਜਿਹੜੇ ਕਿ ਸੋਵਰਨਿਟੀ ਯੂਨਿਟੀ ਇੰਟੀਗ੍ਰਿਟੀ ਇਹਨਾਂ ਸਾਰਿਆਂ ਨੂੰ ਜਾਂ ਦੇਸ਼ ਦੀ ਜਿਹੜੀ ਹੈਗੀ ਹੈ ਨਾ ਸਿਕਿਉਰਿਟੀ ਨੂੰ ਬਚਾਉਣ ਵਾਸਤੇ ਕੀ ਪ੍ਰੋਵੀਜ਼ਨ ਜਿਹੜੀ ਕਿ ਐਮਰਜੈਂਸੀ ਪ੍ਰੋਵੀਜ਼ਨ ਲਿਆਂਦੇ ਗਈਆਂ ਨੇ ਜੇ ਇਹ ਆਪਾਂ ਲਗਾਵਾਂਗੇ ਤਾਂ ਕੀ ਆਪਣੇ ਦੇਸ਼ ਨੂੰ ਜਿਹੜਾ ਹੈਗਾ ਇਹਨਾਂ ਜਿਹੜੀ ਹੈ ਸੋਵਰਨਿਟੀ ਨੂੰ ਗਵਾਉਣ ਤੋਂ ਬਚਾਇਆ ਜਾ ਸਕਦਾ ਯੂਨਿਟੀ ਗਵਾਉਣ ਤੋਂ ਬਚਾਇਆ ਜਾ ਸਕਦਾ ਅਤੇ ਇੰਡੀਆ ਨੂੰ ਕੀ ਹੈ ਹਮੇਸ਼ਾ ਹੀ ਕੀ ਜਿਹੜਾ ਹੈਗਾ ਲੋਕਤੰਤਰ ਜਿਹੜਾ ਹੈਗਾ ਦੇਸ਼ ਲੋਕਤੰਤਰੀ ਦੇਸ਼ ਬਣਾਇਆ ਰੱਖਿਆ ਦੇ ਵਿੱਚ ਹੈਲਪਫੁਲ ਹੈਗੀਆਂ ਨੇ ਅਤੇ ਸੰਵਿਧਾਨ ਨੂੰ ਵੀ ਕੀ ਜਿਹੜਾ ਹੈਗਾ ਸੇਫ ਕਰਦੀਆਂ ਨੇ। ਹੁਣ ਗੱਲ ਕਰਦੇ ਆ ਵੀ ਕਿਹੜੀ ਕਿਹੜੀ ਜਿਹੜੀ ਹੈਗੀਆਂ ਨੇ ਆਪਣੇ ਦੇਸ਼ ਦੇ ਵਿੱਚ ਕਿਹੜੀ ਕਿਹੜੀ ਐਮਰਜੈਂਸੀ ਲੱਗਦੀ ਹੈ ਕਿਹੜੀ ਕਿਹੜੀ ਐਮਰਜੈਂਸੀਜ਼ ਹੈਗੀਆਂ ਨੇ ਤਾਂ 3 ਐਮਰਜੈਂਸੀਜ਼ ਹੈਗੀਆਂ ਨੇ। ਸਭ ਤੋਂ ਪਹਿਲੇ ਜਿਹੜੀ ਹੈਗੀ ਹੈ ਉਹ ਹੈਗੀ ਹੈ ਨੈਸ਼ਨਲ ਐਮਰਜੈਂਸੀ। ਔਨ ਦਾ ਨੈਸ਼ਨਲ ਐਮਰਜੈਂਸੀ ਕਿਉਂ ਲਗਾਈ ਜਾਂਦੀ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਨੈਸ਼ਨਲ ਐਮਰਜੈਂਸੀ ਔਨ ਦਾ ਗਰਾਊਂਡ ਆਫ ਵਾਰ ਐਂਡ ਔਰ ਐਕਸਟਰਨਲ ਐਗਰੈਸ਼ਨ ਔਰ ਆਰਮਡ ਰੈਬੇਲੀਅਨ। ਆਰਟੀਕਲ 352 ਜਿਹੜਾ ਹੈਗਾ ਇਹਦੇ ਬਾਰੇ ਗੱਲ ਕਰਦਾ ਹੈ। ਨੈਸ਼ਨਲ ਐਮਰਜੈਂਸੀ ਲੱਗੇਗੀ ਤਾਂ ਕਹਿੰਦੇ ਕਿਸ ਬੇਸ 'ਤੇ ਲੱਗੇਗੀ ਕਿਸ ਗਰਾਊਂਡ 'ਤੇ ਲੱਗੇਗੀ ਜਾਂ ਫਿਰ ਕੀ ਦੇਸ਼ ਦੇ ਵਿੱਚ ਜਿਹੜੇ ਕਿ ਜੰਗ ਚੱਲ ਰਹੀ ਹੈ ਐਕਸਟਰਨਲ ਐਗਰੈਸ਼ਨ ਹੈਗਾ ਬਹੁਤ ਜ਼ਿਆਦਾ ਐਕਸਟਰਨਲ ਐਗਰੈਸ਼ਨ ਹੈਗਾ ਬਾਹਰੀ ਦਬਾਅ ਹੈਗਾ ਜਾਂ ਫਿਰ ਕੀ ਜਿਹੜਾ ਆਰਮਡ ਰੈਬੇਲੀਅਨ ਹੁੰਦਾ ਮਤਲਬ ਕਿ ਦੇਸ਼ ਦੇ ਵਿੱਚ ਹੀ ਕਈ ਜਗ੍ਹਾ 'ਤੇ ਦੰਗੇ ਫਸਾਦ ਚੱਲ ਰਹੇ ਨੇ ਜਾਂ 2 ਗਰੁੱਪਸ ਦੇ ਵਿੱਚ ਜਿਹੜੇ ਕਿ ਫਾਈਟ ਚੱਲ ਰਹੀ ਹੈ ਤਾਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਜਿਹੜਾ ਰਾਸ਼ਟਰਪਤੀ ਹੈਗਾ ਆਰਟੀਕਲ 352 ਦੇ ਜਿਹੜਾ ਯੂਜ਼ ਕਰਕੇ ਕੀ ਕਰਦਾ ਨੈਸ਼ਨਲ ਐਮਰਜੈਂਸੀ ਜਿਹੜੇ ਕਿ ਇੰਪੋਜ਼ ਕਰ ਦਿੰਦਾ ਤਾਂ ਕਿ ਜਿਹੜਾ ਹੈਗਾ ਇਹਨਾਂ ਨੂੰ ਰੋਕਿਆ ਜਾ ਸਕੇ ਅਤੇ ਜਿਹੜੇ ਵੱਧ ਤੋਂ ਵੱਧ ਲੋਕ ਜਿਹੜੇ ਹੈਗੇ ਨੇ ਇਹਦੇ ਵਿੱਚ ਇਨਵੋਲਵ ਨਾ ਹੋ ਸਕਣ ਅਤੇ ਇਸ ਜਿਹੜੀ ਕਿ ਚੀਜ਼ ਨੂੰ ਜਿਹੜਾ ਹੈਗਾ ਆਪਾਂ ਛੇਤੀ ਜਿਹੜਾ ਹੈਗਾ ਖਤਮ ਕਰ ਇਹਦਾ ਹੱਲ ਲੱਭ ਕੇ ਇਹਦਾ ਜਿਹੜਾ ਹੈਗਾ ਰਿਜ਼ਲਟ ਜਿਹੜੇ ਹੈਗੇ ਦੇਸ਼ ਨੂੰ ਦਿੱਤੇ ਜਾਣ ਮਤਲਬ ਕਿ ਆਪਣੀ ਡੈਮੋਕ੍ਰੇਸੀ ਨੂੰ ਬਚਾਇਆ ਜਾ ਸਕੇ। ਅੱਗੇ ਸੈਕਿੰਡ ਗੱਲ ਕਰਦੇ ਹਾਂ ਸਟੇਟ ਐਮਰਜੈਂਸੀ। ਇਹ ਜਿਹੜੀ ਪੋਪੂਲਰਲੀ ਆਪਾਂ ਗੱਲ ਕਰਦੀ ਗਏ ਇਹਦਾ ਪੋਪੂਲਰ ਨੇਮ ਹੈਗਾ ਪ੍ਰੈਜ਼ੀਡੈਂਟਸ ਰੂਲ ਜਾਂ ਫਿਰ ਕਿ ਰਾਸ਼ਟਰਪਤੀ ਰਾਜ ਜਿਹੜਾ ਇਹਨੂੰ ਆਪਾਂ ਕੀ ਸਟੇਟ ਐਮਰਜੈਂਸੀ ਕਹਿ ਦਈਏ। ਹੁਣ ਸਟੇਟ ਐਮਰਜੈਂਸੀ 2 ਤਰ੍ਹਾਂ ਲਗਾਈ ਜਾ ਸਕਦੀ
सब तो पहले कि स्टेट एमरजेंसी ऑन द ग्राउंड ऑफ फेलियर ऑफ द कॉन्स्टिट्यूशनल मशीनरी इन द स्टेट, आर्टिकल 356। ਜਿਹੜਾ ਆਰਟੀਕਲ 356 ਦੇ ਤਹਿਤ ਆਪਾਂ ਲਗਾਉਂਦੇ ਹਾਂ ਨਾ ਸਟੇਟ ਐਮਰਜੈਂਸੀ, ਉਹਦੇ ਵਿੱਚ ਕੀ ਹੁੰਦਾ ਵੀ ਜੇਕਰ ਕੀ ਆ ਸਟੇਟ ਬੋਡੀ ਹੈਗੀ ਉਹ ਕੀ ਸੰਵਿਧਾਨਿਕ ਜਿਹੜੇ ਹੈਗੇ ਨਾ ਸੰਵਿਧਾਨ ਦੇ ਖਰੀ ਨਹੀਂ ਉਤਰਦੀ, ਜਿਸ ਤਰ੍ਹਾਂ ਸੰਵਿਧਾਨ ਕਹਿ ਰਿਹਾ ਉਸ ਤਰ੍ਹਾਂ ਜਿਹੜਾ ਹੈਗਾ ਵਰਕ ਨਹੀਂ ਕਰ ਰਹੀ, ਤਾਂ ਉਹ ਕੀ ਜਿਹੜਾ ਹੈਗਾ ਕੰਸਟੀਟਿਊਸ਼ਨਲ ਫੇਲੀਅਰ ਹੈਗਾ, ਜਾਂ ਫਿਰ ਕਿ ਪਬਲਿਕ ਆਰਡਰ ਨਹੀਂ ਉਹਨਾਂ ਕੋਲ ਜਿਹੜਾ ਹੈਗਾ ਮੇਨਟੇਨ ਕੀਤਾ ਜਾ ਸਕਦਾ, ਅਤੇ ਇਹ ਵੀ ਕੀ ਜਿਹੜਾ ਹੈਗਾ ਕੰਸਟੀਟਿਊਸ਼ਨਲ ਮਸ਼ੀਨਰੀ ਦਾ ਜਿਹੜਾ ਹੈਗਾ ਫੇਲੀਅਰ ਹੈਗਾ। ਅਤੇ ਇਹਦੇ ਗਰਾਊਂਡਸ 'ਤੇ ਕੀ ਜਿਹੜਾ ਹੈਗਾ ਸੈਂਟਰ ਕੀ ਹੈਗਾ ਗਵਰਨਰ ਦੀ ਜਿਹੜੀ ਹੈਗਾ ਐਡਵਾਈਸ 'ਤੇ ਕੀ ਉਹਨੂੰ ਕੀ ਜਿਹੜਾ ਹੈਗਾ ਸਟੇਟ ਐਮਰਜੈਂਸੀ ਜਿਹੜੇ ਕਿ ਲਗਾ ਸਕਦਾ ਸਟੇਟ ਦੇ ਵਿੱਚ। ਅਤੇ ਇੱਕ ਹੋਰ ਜਿਹੜਾ ਹੈਗਾ ਔਰ ਫੇਲੀਅਰ ਇਨ ਦਾ ਕੰਪਲਾਈ ਵਿਦ ਦ ਡਾਇਰੈਕਸ਼ਨਸ ਆਫ ਦ ਸੈਂਟਰ। ਹੁਣ ਜਿਹੜਾ ਹੈਗਾ ਆਰਟੀਕਲ 365 ਦੇ ਤਹਿਤ ਕੀ ਹੈਗੇ ਜਿਹੜੇ ਸਟੇਟ ਐਮਰਜੈਂਸੀ ਲਗਾਈ ਜਾ ਸਕਦੀ ਜਾਂ ਫਿਰ ਪ੍ਰੈਜ਼ੀਡੈਂਟ ਰੂਲ ਲਗਾਇਆ ਜਾ ਸਕਦਾ ਹੈ। ਕਿਉਂ ਲਗਾਏਗਾ? ਕਿਉਂ ਜੇਕਰ ਉਹ ਕੀ ਹੈ ਜਿਹੜੀ ਕਿ ਸਟੇਟ ਜਿਹੜੀ ਕਿ ਹੁਣ ਸਟੇਟ ਨੂੰ ਕੀ ਹੈ ਜਿਹੜਾ ਸੈਂਟਰ ਜਿਹੜਾ ਹੈਗਾ ਸਟੇਟ ਨੂੰ ਕੀ ਕੁਛ ਕਿਸੇ ਨਾ ਕਿਸੇ ਜਿਹੜਾ ਹੈਗਾ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੂੰ ਡਾਇਰੈਕਸ਼ਨਸ ਦਿੰਦਾ ਵੀ ਤੁਸੀਂ ਜਿਹੜਾ ਹੈਗਾ ਸਟੇਟ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਮੇਨਟੇਨ ਕਰੋ, ਜਿਸ ਕਾਰਨ ਕਿ ਜਿਹੜੇ ਹੈਗਾ ਤੁਹਾਡੇ ਗੁਆਂਢੀ ਜਿਹੜੀ ਸਟੇਟ ਹੈਗੀ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ ਜਾਂ ਕਿਸੇ ਤਰ੍ਹਾਂ ਵੀ, ਜਾਂ ਫਿਰ ਕਿ ਵਾਰ-ਵਾਰ ਉੱਥੇ ਦੰਗੇ ਹੋ ਰਹੇ ਨੇ, ਜੇ ਇਸ ਤਰ੍ਹਾਂ ਹੁੰਦਾ ਤਾਂ ਉਹਨੂੰ ਕੀ ਕੀਤਾ ਜਾ ਸਕਦਾ, ਉਹਨੂੰ ਜਿਹੜਾ ਹੈਗਾ ਸੈਂਟਰ ਜਿਹੜਾ ਹੈਗਾ ਉਹ ਕੀ ਕਰੇਗਾ, ਸੈਂਟਰ ਜਿਹੜਾ ਹੈਗਾ ਸਟੇਟ 'ਤੇ ਕੀ ਕਰੇਗਾ ਉਹ 'ਤੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲਗਾ ਦੇਗਾ। ਆਈ ਹੋਪ ਗਾਇਸ ਤੁਹਾਨੂੰ ਜਿਹੜਾ ਹੈਗਾ ਸੈਕਿੰਡ ਐਮਰਜੈਂਸੀ ਬਾਰੇ ਸਮਝ ਲੱਗ ਗਈ ਹੋਏਗੀ। ਅੱਗੇ ਆਪਾਂ ਥਰਡ ਬਾਰੇ ਗੱਲ ਕਰਦੇ ਫਾਈਨੈਂਸ਼ੀਅਲ ਐਮਰਜੈਂਸੀ ਔਨ ਦ ਗਰਾਊਂਡ ਆਫ ਦ ਥ੍ਰੈਟ ਟੂ ਦ ਫਾਈਨੈਂਸ਼ੀਅਲ ਸਟੇਬਿਲਿਟੀ ਔਰ ਦ ਕ੍ਰੈਡਿਟ ਆਫ ਇੰਡੀਆ। ਜਦੋਂ ਕੀ ਹੈ ਵਿੱਤੀ ਸੰਕਟ ਆ ਜਾਂਦਾ ਦੇਸ਼ ਦੇ ਵਿੱਚ ਜਿਹੜਾ ਹੈਗਾ ਸਹੀ ਤਰ੍ਹਾਂ ਸਿਸਟਮ ਨਹੀਂ ਚੱਲਦਾ, ਇਕਨੋਮਿਕ ਜਿਹੜੀ ਹੈਗਾ ਆਪਣੀ ਕੰਡੀਸ਼ਨਸ ਨਹੀਂ ਸਹੀ ਹੁੰਦੀਆਂ, ਤਾਂ ਉਦੋਂ ਕੀ ਜਿਹੜਾ ਹੈਗਾ ਰਾਸ਼ਟਰਪਤੀ ਜਿਹੜਾ ਹੈਗਾ ਫਾਈਨੈਂਸ਼ੀਅਲ ਐਮਰਜੈਂਸੀ ਲਗਾ ਸਕਦਾ ਹੈ ਅੰਡਰ ਆਰਟੀਕਲ 360 ਦੇ ਤਹਿਤ ਉਹ ਕੀ ਜਿਹੜਾ ਹੈਗਾ ਇਸ ਪ੍ਰੋਵੀਜ਼ਨ ਦਾ ਵੀ ਯੂਜ਼ ਕਰ ਸਕਦੇ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਐਮਰਜੈਂਸੀ ਬਾਰੇ ਸਮਝ ਲੱਗ ਗਈ ਹੋਏਗੀ। ਤਾਂ ਆਪਾਂ ਨੈਕਸਟ ਗੱਲ ਕਰਦੇ ਹਾਂ। ਨੈਕਸਟ ਜਿਹੜਾ ਆਪਣਾ ਇੰਪੋਰਟੈਂਟ ਫੀਚਰ ਹੈਗਾ ਉਹਦੇ 16 ਫੀਚਰ ਬਾਰੇ। 16th ਫੀਚਰ ਜਿਹੜਾ ਹੈਗਾ ਉਹ ਹੈਗਾ 3 ਟੀਅਰ ਗਵਰਨਮੈਂਟ। ਹੁਣ 3 ਟੀਅਰ ਗਵਰਨਮੈਂਟ ਦਾ ਮਤਲਬ ਕੀ ਹੈਗਾ ਵੀ ਜਿੱਥੇ ਕਿ 3 ਤਰ੍ਹਾਂ ਦੀ ਸਰਕਾਰ ਹੁੰਦੀ ਹੈ। ਆਪਣੇ ਦੇਸ਼ ਵਿੱਚ ਓਰੀਜਨਲੀ ਜਿਹੜਾ ਹੈਗਾ ਸੀ 2 ਤਰ੍ਹਾਂ ਦੀ ਸਰਕਾਰ ਹੈਗੀ ਸੀ, ਸੈਂਟਰਲ ਗਵਰਨਮੈਂਟ ਅਤੇ ਸਟੇਟ ਗਵਰਨਮੈਂਟ। ਬਟ 73rd ਅਮੈਂਡਮੈਂਟ ਐਕਟ ਐਂਡ 74th ਅਮੈਂਡਮੈਂਟ ਐਕਟ ਦੇ ਦੌਰਾਨ ਕੀ ਇਹਨਾਂ ਨੂੰ ਜਿਹੜਾ ਹੈਗਾ 3 ਤਰ੍ਹਾਂ ਦੀ ਜਿਹੜੀ ਹੈਗੀ ਹੈ ਗਵਰਨਮੈਂਟ ਜਿਹੜੀ ਹੈਗੀ ਐਸਟੈਬਲਿਸ਼ ਕੀਤੀ ਗਈ, ਜਿਹੜੀ ਕਿ ਜਿਹਨੂੰ ਆਪਾਂ ਕਹਿ ਦਈਏ ਥਰਡ ਗਵਰਨਮੈਂਟ ਜਿਹੜੀ ਕਿ ਲੋਕਲ ਗਵਰਨਮੈਂਟ ਉਹਨੂੰ ਕਹਿ ਦਈਏ। ਜਿਹੜੀ ਇਹ ਹੈਗੀ ਸੀ ਲੋਕਲ ਗਵਰਨਮੈਂਟ ਆਈ 1992 ਦੇ ਵਿੱਚ ਆਈ। ਨੋਟਸ ਵਿੱਚ ਥੋੜ੍ਹਾ ਜਿਹਾ ਇੱਕ ਜਗ੍ਹਾ 'ਤੇ ਗਲਤ ਲਿਖਿਆ ਗਿਆ, ਉੱਥੇ ਲਿਖਿਆ ਗਿਆ 1922 ਲਿਖਿਆ ਗਿਆ, ਉੱਥੇ ਕੀ 1992 ਹੈਗਾ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਕਿ ਨੀਚੇ ਵੀ ਦੱਸੇ ਗਏ ਤਾਂ ਉੱਥੇ ਦੇਖ ਲਓਗੇ। ਤਾਂ ਹੁਣ ਆਪਾਂ ਥੋੜ੍ਹਾ ਜਿਹਾ ਇਹਦੇ ਬਾਰੇ ਗੱਲ ਕਰ ਲੈ ਨੋਟਸ ਬਾਰੇ। Originally, the Indian Constitution, like any other federal constitution, provided for the dual polity and contained provisions with regard to the organization and powers to the center and the states. ਤਾਂ ਕੀ ਇਹ ਜਿਹੜਾ ਹੈਗਾ ਡਿਊਲ ਗਵਰਨਮੈਂਟ ਹੈਗੀ ਸੀ, ਡਿਊਲ ਪੋਲਿਟੀ ਹੈਗੀ ਸੀ, ਜਿੱਥੇ ਕੀ ਜਿਹੜਾ ਹੈਗਾ 2 ਤਰ੍ਹਾਂ ਦੀ ਸਰਕਾਰ, ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ, ਉਹ ਤਾਂ ਉਹਨਾਂ ਵਿੱਚ ਉਹਨਾਂ ਨੇ ਰਿਸਪੈਕਟਿਵ ਏਰੀਆਜ਼ ਦੇ ਵਿੱਚ ਉਹਨਾਂ ਨੂੰ ਪਾਵਰਸ ਦਿੱਤੀ ਗਈ ਹੈ। Later on, the 73rd and 74th Constitutional Amendment Act 1992 have added the 3-tier government या फिर third tier of government, that is local government, which is not found in any other constitution of the world. ਹੁਣ ਕੀ ਪੂਰੇ ਦੇਸ਼ ਦੇ ਸੰਵਿਧਾਨਾਂ ਦੇ ਵਿੱਚ ਆਪਾਂ ਦੇਖ ਲਈਏ ਤਾਂ ਲੋਕਲ ਗਵਰਨਮੈਂਟ ਦਾ ਕਿਸੇ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਹੀ ਨਹੀਂ ਗੀ, ਬਟ ਉਹ ਕੀ ਹੈ ਇੰਡੀਆ ਦੇ ਵਿੱਚ ਜਿਹੜੀ ਕਿ ਸਭ ਤੋਂ ਪਹਿਲਾਂ ਐਡ ਔਨ ਕੀਤੀ ਗਈ। ਤਾਂ 73rd ਅਮੈਂਡਮੈਂਟ ਐਕਟ 1992 ਦੇ ਵਿੱਚ ਰੂਰਲ ਗਵਰਨਮੈਂਟ ਜਿਹੜੀ ਲੋਕਲ ਗਵਰਨਮੈਂਟ ਜਿਹੜੀ ਐਡ ਔਨ ਕੀਤੀ ਗਈ। ਰੂਰਲ ਦਾ ਮਤਲਬ ਹੈਗਾ ਪੇਂਡੂ ਲੈਵਲ 'ਤੇ ਰੂਰਲ ਗਵਰਨਮੈਂਟ ਲੈ ਕੇ ਆਉਂਦੀ ਗਈ। ਇਹਨੂੰ ਕਿਹੜੇ ਪਾਰਟ ਦੇ ਵਿੱਚ ਲਾਇਆ ਗਿਆ? ਪਾਰਟ 9 ਦੇ ਵਿੱਚ ਲਾਇਆ ਗਿਆ ਜਾਂਦਾ, ਸਕੈਡਿਊਲ 11 ਦੇ ਵਿੱਚ। ਅੱਗੇ ਗੱਲ ਕਰਦੇ 74th ਅਮੈਂਡਮੈਂਟ ਐਕਟ ਦੇ ਵਿੱਚ ਕੀ 1992 ਦੇ ਵਿੱਚ ਲੈ ਕੇ ਆਉਂਦਾ ਗਿਆ। ਉਹ ਕੀ ਆ ਅਰਬਨ ਲੋਕਲ ਗਵਰਨਮੈਂਟ ਬਾਰੇ ਗੱਲ ਕਰਦਾ ਪਾਰਟ 9A ਦੇ ਵਿੱਚ, ਸਕੈਡਿਊਲ 12 ਦੇ ਵਿੱਚ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਅੱਗੇ ਇਸ ਬਾਰੇ ਗੱਲ ਕਰਦੇ 17th ਲਾਸਟ ਫੀਚਰ ਹੈਗਾ ਜਾਂ ਆਪਣੇ ਸੇਲੀਅੰਟ ਫੀਚਰਸ ਦਾ, ਉਹਦੇ ਬਾਰੇ ਗੱਲ ਕਰਦੇ ਤਾਂ ਉਹਦੇ ਵਿੱਚ ਕੀ ਦਿੱਤਾ ਗਿਆ ਕੋਆਪਰੇਟਿਵ ਸੁਸਾਇਟੀਜ਼। ਕੋਆਪਰੇਟਿਵ ਸੁਸਾਇਟੀਜ਼ ਕੀ ਹੁੰਦੀਆਂ ਨੇ ਜਿਹੜੀਆਂ ਕੀ ਨੇ ਇੱਕ ਹੈਲਪ ਗਰੁੱਪਸ ਹੁੰਦੇ ਨੇ ਜਿਹੜੇ ਕੀ ਹੈ ਨੀਡੀ ਹੁੰਦੇ ਨੇ, ਉਹਨਾਂ ਨੂੰ ਕੀ ਹੈਲਪ ਕਰਦੇ ਨੇ। ਇਹ ਕੀ ਕੰਸਟੀਟਿਊਸ਼ਨਲ ਇਹਨਾਂ ਨੂੰ ਸਟੇਟਸ ਵੀ ਦਿੱਤਾ ਗਿਆ। The 97th Constitutional Amendment Act of 2011 gave the constitutional status and protection to the cooperative societies. ਤਾਂ ਇਹਨਾਂ ਨੂੰ ਕੀ ਜਿਹੜਾ ਹੈਗਾ ਸੰਵਿਧਾਨਿਕ ਜਿਹੜੀ ਮਾਨਤਾ ਦਿੱਤੀ ਗਈ ਉਹ ਕਿਹੜੇ 97 ਜਿਹੜੇ ਹੈਗੇ ਨੰਬਰ 'ਤੇ ਸੋਚ ਦੇਗੀ ਸੀ ਉਹਦੇ ਦੁਆਰਾ ਦਿੱਤੀ ਗਈ 2011 ਦੇ ਵਿੱਚ। In this context, it made the following 3 changes in the constitution. ਹੁਣ ਕੀ ਜਿਹੜੇ ਹੈਗੇ ਨੇ ਇਸ ਕਰਕੇ ਕਿ ਇਹਨੇ ਜਿਹੜੇ ਹੈਗੇ 3 ਜਿਹੜੇ ਹੈਗੇ ਨਿਊ ਕੰਸਟੀਟਿਊਸ਼ਨ ਦੇ ਵਿੱਚ ਚੇਂਜਿਸ ਕੀਤੀਆਂ ਗਈਆਂ ਜਾਂ ਫਿਰ ਐਡ ਔਨ ਕੀਤੇ ਗਏ। It made the right to form the cooperative societies a fundamental rights, article 19. ਆਰਟੀਕਲ 19 ਦੇ ਵਿੱਚ ਆਪਾਂ ਨੂੰ ਰਾਈਟ ਦਿੱਤਾ ਗਿਆ, ਆਪਣਾ ਮੌਲਿਕ ਅਧਿਕਾਰ ਹੈਗਾ ਕਿ ਆਪਾਂ ਕੀ ਕੋਆਪਰੇਟਿਵ ਸੁਸਾਇਟੀਜ਼ ਬਣਾ ਸਕਦੇ ਹਾਂ। ਅੱਗੇ ਗੱਲ ਕਰਦੇ ਹਾਂ ਜਿਹੜਾ ਸੈਕਿੰਡ ਪ੍ਰੋਵੀਜ਼ਨ ਹੈਗੀ ਇਹਦੀ, it included a new DPSP, Directive Principle of State Policy on Promotion of Cooperative Societies.
ਹੁਣ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਜਿਹੜੇ ਕਿ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਦੇ ਵਿੱਚ ਵੀ ਇਹਨਾਂ ਨੂੰ ਕੀ ਐਡ ਆਨ ਕੀਤਾ ਗਿਆ ਆਰਟੀਕਲ 43B ਦੇ ਵਿੱਚ। ਅੱਗੇ ਗੱਲ ਕਰਦੇ ਜਿਹੜਾ ਆਪਣੀ ਥਰਡ ਪ੍ਰੋਵੀਜ਼ਨ ਹੈਗੀ ਹੈ ਕੋਆਪਰੇਟਿਵ ਸੁਸਾਇਟੀ ਨਾਲ ਰਿਲੇਟਡ, ਉਹ ਹੈਗੀ ਹੈ it added a new part 9B in the constitution which entitled as the cooperative society, ਜਿਹਨੂੰ ਕਿ ਕੋਆਪਰੇਟਿਵ ਸੁਸਾਇਟੀਜ਼ ਦਾ ਨਾਮ ਦਿੱਤਾ ਗਿਆ ਭਾਗ 9B ਦੇ ਵਿੱਚ ਇਹਨੂੰ ਕੀ ਐਡ ਆਨ ਕੀਤਾ ਗਿਆ। ਤੇ ਜਿਹੜੇ ਆਰਟੀਕਲਸ ਹੈਗੇ ਨੇ ਆਰਟੀਕਲ 243ZH ਤੋਂ ਲੈ ਕੇ 243ZT ਤੱਕ ਇਹ ਜਿਹੜੇ ਹੈਗੇ ਨੇ ਆਰਟੀਕਲਸ ਜਿਹੜੇ ਹੈਗੇ ਨੇ ਇਹ ਕੀ ਕੋਆਪਰੇਟਿਵ ਸੁਸਾਇਟੀਜ਼ ਨਾਲ ਰਿਲੇਟ ਕਰਦੇ ਨੇ। ਸੋ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਸੇਲੀਅਨ ਫੀਚਰਸ ਬਾਰੇ ਸਾਰੀ ਸਮਝ ਲੱਗ ਗਈ ਹੋਏਗੀ। ਤਾਂ ਅੱਜ ਜਿਹੜਾ ਹੈਗਾ ਆਪਣੀ ਜਿਹੜੀ ਸੇਲੀਅਨ ਫੀਚਰਸ ਦੀ ਸਾਰੀ ਕਲਾਸ ਖਤਮ ਹੁੰਦੀ ਹੈ। ਆਪਾਂ ਕੀ ਟੋਟਲ 17 ਸੇਲੀਅਨ ਫੀਚਰਸ ਕੀਤੇ ਨੇ। ਆਈ ਹੋਪ ਗਾਈਜ਼ ਤੁਹਾਨੂੰ ਜਿਹੜੇ ਹੈਗੇ ਸਾਰੇ ਦੇ ਸਾਰੇ ਸੇਲੀਅਨ ਫੀਚਰਸ ਜਿਹੜੇ ਹੈਗੇ ਸਮਝ ਲੱਗ ਗਏ ਹੋਣਗੇ। ਜੇ ਕਿਸੇ ਦਾ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕੀ ਜਿਹੜਾ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਹੈਗਾ ਦੱਸ ਸਕਦੇ ਹੋ, ਤਾਂ ਮੈਂ ਤੁਹਾਨੂੰ ਜਿਹੜਾ ਹੈਗਾ ਨੈਕਸਟ ਲੈਕਚਰ ਦੇ ਵਿੱਚ ਤੁਹਾਨੂੰ ਜਿਹੜਾ ਉਸ ਬਾਰੇ ਦੱਸ ਦਿਆਂਗਾ। ਸੋ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈ ਸਾਰਾ ਲੈਕਚਰ ਸਮਝ ਲੱਗ ਗਿਆ ਹੋਏਗਾ। Please subscribe my channel Mr. Singh Education. Please like the video and share this video as much as you can do. Thank you so much guys.